ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮੇਂ ਦੇ ਟਾਈਮ ਦੇ ਨਾਲ ਇੱਥੇ ਆ ਕੇ ਪਹੁੰਚ ਗਏ। ਤੇ ਅੱਜ ਆਪਾਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਦਾਸ ਹਰਵਿੰਦਰ ਸਿੰਘ ਮੰਡੇਰ ਨੌਜਵਾਨੀ ਵੱਲੋਂ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਆਖਦਾ ਇੱਥੇ। ਸਭ ਤੋਂ ਪਹਿਲਾਂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹਿੱਚਨ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅਗੇਨ ਸ਼ੋਰਟ ਨੋਟਿਸ 'ਤੇ ਸਾਨੂੰ ਬੁਕਿੰਗ ਦਿੱਤੀ ਇੱਥੇ ਮਾਤਾ ਸਾਹਿਬ ਕੌਰ ਹੋਲ ਦਾ ਸਾਨੂੰ ਪ੍ਰਬੰਧ ਕੀਤਾ ਕਿ ਅਸੀਂ ਆ ਕੇ ਵਰਤ ਸਕਦੇ ਹਾਂ ਅੱਜ ਦੇ ਪ੍ਰੋਗਰਾਮ ਲਈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਦੋ ਤਿੰਨ ਜੋ ਕਮੇਟੀ ਵਾਲੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ। ਤੇ ਅੱਜ ਦਾ ਪ੍ਰੋਗਰਾਮ ਹੈ, ਆਪਾਂ ਟਾਈਮ 'ਤੇ ਹੀ ਸ਼ੁਰੂ ਹੋਏ ਹਾਂ। 4 ਵਜੇ ਰੱਖਿਆ ਸੀ ਕਿ ਆਪਾਂ ਥੋੜ੍ਹਾ ਕੁਝ ਖਾਣ ਪੀਣ ਦਾ ਅਤੇ ਸਮੇਂ ਨਾਲ ਪਹੁੰਚੀਏ। 4:30 ਤੋਂ ਤਕਰੀਬਨ 5:30 ਤੱਕ ਆਪਾਂ ਹੁਣ ਜਾਰੀ ਕੰਮ ਰੱਖਣਾ। ਸਾਡੇ ਕੋਲ 3-4 ਬੁਲਾਰੇ ਨੇ, ਉਹਨਾਂ ਸਭ ਨੇ ਵੱਖਰੇ ਵੱਖਰੇ ਹਿੱਸਿਆਂ ਨਾਲ ਇਸ ਕਿਤਾਬ 'ਤੇ ਆਪਾਂ ਵਿਚਾਰ ਕਰਨੀ ਆ। ਕਿਤਾਬ ਹੈ ਖਾੜਕੂ ਸੰਘਰਸ਼ ਦੀ ਸਾਖੀ, ਅਣਜਾਣੇ ਅਣਗੌਲੇ ਸਿਦਕੀ ਅਤੇ ਯੋਧੇ। ਇਹ ਕਿਤਾਬ ਭਾਈ ਦਲਜੀਤ ਸਿੰਘ ਬਿੱਟੂ ਜੋ ਇੱਕ ਮਹਾਨ ਹਸਤੀ ਨੇ ਸਾਡੇ ਸਿੱਖ ਪੰਥ ਦੇ, ਇਸ ਕਿਤਾਬ ਨੂੰ ਪਿਛਲੇ ਮਹੀਨੇ ਦੇ ਤਕਰੀਬਨ 5-6 ਹਫ਼ਤੇ ਹੋ ਗਏ ਨੇ ਰਿਲੀਜ਼ ਹੋਈ ਨੂੰ। ਅਤੇ ਇਸ ਕਿਤਾਬ 'ਤੇ ਹੁਣ ਆਪਾਂ ਅੱਜ ਕਰਾਂਗੇ ਕੁਝ ਖੁੱਲ੍ਹ ਵਿਚਾਰ ਕਰਾਂਗੇ। ਅਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਆਪਾਂ ਸੁਣਦੇ ਰਹੀਏ ਅਤੇ ਅਖੀਰ ਵਿੱਚ ਜੋ ਵੀ ਸਾਡੇ ਕੋਈ ਪ੍ਰਸ਼ਨ ਹੋਣਗੇ ਜਾਂ ਆਪਾਂ ਕੁਝ ਆਪਸ ਵਿੱਚ ਵਿਚਾਰ ਵੀ ਕਰਨੇ ਚਾਹੁੰਦੇ ਆਪਾਂ ਮੌਕਾ ਦੇਵਾਂਗੇ। ਦੂਜੀ ਗੱਲ, ਬਹੁਤ ਧੰਨਵਾਦ ਜਿਹੜੇ ਆਪਣੇ ਕਈ ਦੂਰੋਂ ਵੀ ਸੰਗਤ ਬਹੁਤ ਆਈ ਹੈ, ਲੋਕਲ ਸੰਗਤ ਵੀ ਬਹੁਤ ਪਹੁੰਚੀ ਹੈ, ਤੁਹਾਡਾ ਸਾਰਿਆਂ ਦਾ ਧੰਨਵਾਦ। ਬਾਹਰੋਂ ਜਿਹੜੇ ਆਏ ਆਪਣੇ ਗੁਰੂ ਤੇਗ ਬਹਾਦਰ ਗੁਰਦੁਆਰਾ ਲੈਸਟਰ, ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਹਾਲ ਅਤੇ ਆਪਣੇ ਹੋਰ ਜਿਹੜੇ ਕਈ ਸ਼ਹਿਰਾਂ ਇਲਾਕਿਆਂ ਤੋਂ, ਡਰਬੀ ਤੋਂ, ਲੰਡਨ ਤੋਂ ਜੋ ਇੱਥੇ ਅੱਜ ਪਹੁੰਚੇ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਉਮੀਦ ਹੈ ਕਿ ਤੁਸੀਂ ਵੀ ਅੱਜ ਕੁਝ ਗਿਆਨ ਹਾਸਲ ਕਰਕੇ ਲੈ ਕੇ ਜਾਓਗੇ ਇਸ ਕਿਤਾਬ ਬਾਰੇ। ਅਤੇ ਫਿਰ ਅਖੀਰ ਵਿੱਚ ਆਪਾਂ ਕਿਤਾਬ ਨੂੰ ਹੀ ਕਿਸੇ ਵੇਲੇ ਫਿਊਚਰ 'ਚ ਲਈਏ ਪੜ੍ਹੀਏ, ਪਰ ਇਸ ਕਿਤਾਬ 'ਤੇ ਸਿਰਫ ਨਹੀਂ, ਜੋ ਕਿਤਾਬ ਦੇ ਵਿੱਚ ਗੱਲਾਂ ਬਾਤਾਂ ਆ, ਜੋ ਇਸ ਦੀ ਗਿਆਨ ਆ, ਉਹਨੂੰ ਹਾਸਲ ਕਰੀਏ ਤਾਂ ਕਿ ਆਪਾਂ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖ ਕੇ ਅਗਾਂਹ ਤੁਰ ਸਕਦੇ ਹਾਂ। ਇੰਨੇ ਹੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਦਾ। ਮੈਂ ਆਪਣੇ ਬੁਲਾਰਿਆਂ ਨੂੰ ਇੰਟਰੋਡਿਊਸ ਕਰੂੰਗਾ ਅਲੱਗ ਅਲੱਗ ਜਦੋਂ ਦਾ ਮੌਕਾ ਹੋਊਗਾ। ਸਾਡਾ ਸਭ ਤੋਂ ਪਹਿਲਾ ਬੁਲਾਰਾ, ਮੁੱਖ ਬੁਲਾਰਾ ਸਰਦਾਰ ਅਵਤਾਰ ਸਿੰਘ ਜੀ, ਜੋ ਨੌਜਵਾਨੀ.com 'ਤੇ ਸਾਡੇ ਚੀਫ ਰਾਈਟਰ ਨੇ UK ਵੱਲੋਂ, ਉਹਨੇ ਹੁਣ ਬੋਲਣਾ ਆ। ਅਵਤਾਰ ਸਿੰਘ ਜੀ ਕੁਝ 20 ਸਾਲਾਂ ਦੇ ਹੁਣ ਜਰਨਲਿਸਟ, ਸੀਨੀਅਰ ਜਰਨਲਿਸਟ ਬਹੁਤ ਦੋਹੇ ਪੰਜਾਬ ਅਤੇ ਇੱਥੇ ਇੰਗਲੈਂਡ ਵਿੱਚ ਵੀ ਰਹੇ ਹੋਏ ਨੇ। ਪਿਛਲੇ ਇਹਨਾਂ ਨੂੰ 6-7 ਸਾਲਾਂ ਦੇ ਇਹ ਨੌਜਵਾਨੀ ਦੇ ਚੀਫ ਓਪੀਨੀਅਨ ਐਡੀਟੋਰੀਅਲ ਰਾਈਟਰ ਨੇ। ਸੋ ਮੈਂ ਅਵਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਆ ਕੇ ਤੁਸੀਂ ਸਭ ਤੋਂ ਪਹਿਲੇ ਸਾਡੇ ਬੁਲਾਰੇ ਇੱਥੇ ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾੜਕੂ ਸਿੱਖ ਲਹਿਰ ਬਾਰੇ, ਸਿੱਖ ਸੰਘਰਸ਼ ਬਾਰੇ ਲਿਖੀ ਗਈ ਇਸ ਕਿਤਾਬ ਦੇ ਰਿਵਿਊ ਦੇ ਮੌਕੇ 'ਤੇ ਆਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਵੀ ਹੈ, ਜੀ ਆਇਆਂ ਵੀ ਹੈਗੇ। ਅਸੀਂ ਨੌਜਵਾਨੀ.com ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਇੱਕ ਕ੍ਰੀਏਟਿਵ ਉਪਰਾਲਾ ਜਿਹੜਾ ਕਰਿਆ ਹੈ, ਕਿਉਂਕਿ ਬਹੁਤ ਸਾਰੇ ਹੁੰਦਾ ਵੀ ਸਾਡੇ 'ਚ ਕਿਤਾਬਾਂ ਪੜ੍ਹਨ ਦੀ ਰੁਚੀ ਹੈ ਜਿਹੜੀ ਉਹ ਘੱਟ ਰਹੀ ਹੈ ਇੱਕ ਤਾਂ, ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੰਗੀਆਂ ਕਿਤਾਬਾਂ ਨੇ ਉਹਨਾਂ ਨੂੰ ਪ੍ਰਮੋਟ ਕਰਨ ਲਈ ਜੇ ਨੌਜਵਾਨੀ ਨੇ ਜਿਹੜਾ ਯਤਨ ਕਰਿਆ, ਉਹਦੇ ਲਈ ਸਰਦਾਰ ਹਰਵਿੰਦਰ ਸਿੰਘ ਅਤੇ ਉਹਨਾਂ ਦੀ ਸਾਰੀ ਟੀਮ ਹੈ ਜਿਹੜੀ, ਉਹ ਧੰਨਵਾਦ ਉਹਨਾਂ ਦਾ ਕੀਤਾ ਜਾਂਦਾ। ਦੂਜਾ ਹੈਗਾ, ਹੁਣ ਜਦੋਂ ਆਪਾਂ ਇਸ ਕਿਤਾਬ ਬਾਰੇ ਗੱਲ ਕਰਦੇ ਹਾਂ ਤਾਂ ਸਿੱਖ ਲਹਿਰ ਬਾਰੇ ਜਿਹੜੀਆਂ ਹੁਣ ਤੱਕ ਕਿਤਾਬਾਂ ਲਿਖੀਆਂ ਗਈਆਂ ਉਹ ਇੱਕ ਪਾਸੜ ਜਿਸ ਤਰ੍ਹਾਂ ਜਿਹਦੇ 'ਚ ਆਪਾਂ ਕਹਿ ਸਕਦੇ ਵੀ ਜਿਹੜਾ ਸਰਕਾਰੀ ਪੱਖ ਸੀ, ਸਰਕਾਰੀ ਨੈਰੇਟਿਵ ਸੀ, ਉਸ ਪੱਖ ਤੋਂ ਆਈਆਂ। ਚਾਹੇ ਉਹ ਜਨਰਲ ਕੁਲਦੀਪ ਸਿੰਘ ਬਰਾੜ ਦੀ ਹੈ, ਚਾਹੇ ਉਹ KPS ਗਿੱਲ ਦੀ ਹੈ, ਚਾਹੇ ਉਹ GPS ਸਿੱਧੂ ਦੀ ਹੈ, ਜਾਂ ਕੁਲਦੀਪ ਨਈਅਰ ਉਨੀ, ਜਾਂ ਖੁਸ਼ਵੰਤ ਸਿੰਘ ਉਨੀ, ਜਾਂ ਅੰਮ੍ਰਿਤਸਰ ਦੇ ਉਸ ਵੇਲੇ ਦੇ DC ਰਹੇ ਸਰਬਜੀਤ ਸਿੰਘ। ਸੋ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਇਸ ਲੈਵਲ 'ਤੇ ਆਈਆਂ। ਉਹ ਹੈਗਾ ਵੀ ਇੱਕ ਸਾਈਡ ਜਿਹੜਾ ਸਰਕਾਰ ਦਾ ਵਿਊ ਆਇਆ ਵੀ ਸਰਕਾਰ ਕਿਸ ਤਰ੍ਹਾਂ ਸੋਚਦੀ ਆ, ਸਰਕਾਰ ਦੇ ਆਫੀਸਰ ਕਿਸ ਤਰ੍ਹਾਂ ਸੋਚਦੇ ਆ, ਫੌਜੀ ਜਰਨੈਲ ਕਿਸ ਤਰ੍ਹਾਂ ਸੋਚਦੇ ਆ, ਜਾਂ ਉਹਨਾਂ ਦੇ ਜਿਹੜੇ ਨੀਤੀ ਘਾੜੇ ਆ, ਜਾਂ ਉਹਨਾਂ ਦੇ ਜਿਹੜੇ ਪੋਲੀਟੀਕਲ ਐਡਵਾਈਜ਼ਰਸ ਆ, ਹੈ ਨਾ, ਉਹਨਾਂ 'ਚੋਂ ਬਹੁਤ ਸਾਰੀਆਂ ਬਾਇਓਗ੍ਰਾਫੀਜ਼ ਆਈਆਂ ਨੇ ਜਿਹੜੇ ਉਸ ਵੇਲੇ ਦੇ ਕਾਫੀ ਪ੍ਰੋਮੀਨੈਂਟ ਪੋਲੀਟੀਕਲ ਲੀਡਰ ਸੀਗੇ, ਹੈ ਨਾ। ਜਿਹੜੇ ਈਵਨ ਸੋਨੀਆ ਗਾਂਧੀ ਦੀ ਬਾਇਓਗ੍ਰਾਫੀ ਆਈ ਹੈ, ਉਹਦੇ ਵਿੱਚ ਵੀ ਥੋੜ੍ਹਾ ਹੈ ਇਸ ਤਰ੍ਹਾਂ ਦੀ। PN ਹਸਕਰ ਦੀ ਬਾਇਓਗ੍ਰਾਫੀ ਆ, ਉਹਦੇ ਵਿੱਚ ਵੀ ਹੈ। ਹੋਰ ਸੋਨੀਆ ਗਾਂਧੀ ਦਾ ਇੱਕ ਇੰਦਰਾ ਗਾਂਧੀ ਦੇ ਇੱਕ ਪੋਲੀਟੀਕਲ ਐਡਵਾਈਜ਼ਰ ਰਹੇ ਨੇ, ਉਹਨਾਂ ਦੀ ਵੀ ਹੈ, ਉਹਨਾਂ ਦਾ ਮੈਂ ਨਾਮ ਵਿਸਰ ਰਿਹਾ ਮੈਨੂੰ। ਸੋ ਉਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਉਹ ਕੁਛ ਗੱਲਾਂ ਨੇ ਜਿਹੜੀਆਂ ਆਈਆਂ। ਸੋ ਮੇਨਲੀ ਇਹ ਹੈਗਾ ਵੀ ਵਨ ਸਾਈਡਡ ਵਿਊ ਹੈ ਜਿਹੜਾ ਉਹ ਆਇਆ ਹੈਗਾ। ਦੂਜੀ ਸਾਈਡ ਵੱਲੋਂ, ਦੂਜੀ ਸਾਈਡ ਦਾ ਜਿਹੜਾ ਨੈਰੇਟਿਵ ਹੁੰਦਾ ਵੀ ਜੇ ਇੱਕ ਸੰਘਰਸ਼ ਲੜਿਆ ਗਿਆ ਜਿਹੜਾ ਇੱਕ ਬਹੁਤ ਸਾਰੀਆਂ ਡੈਮੋਕ੍ਰੇਟਿਕ ਮੰਗਾਂ ਤੋਂ ਸ਼ੁਰੂ ਹੋਇਆ। ਸੋ ਜਦੋਂ ਡੈਮੋਕ੍ਰੇਟਿਕ ਮੰਗਾਂ ਵੀ ਨਹੀਂ ਮੰਨੀਆਂ ਗਈਆਂ ਅਤੇ ਉਹ ਮੁੜ ਕੇ ਉਹ ਇੱਕ ਤਰ੍ਹਾਂ ਨਾਲ ਹਥਿਆਰਾਂ ਦੇ ਰਾਹ ਪੈ ਗਿਆ। ਹੁਣ ਦੇਖੋ ਵੀ ਜਿਹੜੀਆਂ ਡੈਮੋਕ੍ਰੇਟਿਕ ਮੰਗਾਂ ਸੀ ਉਹਦੇ ਵਿੱਚ ਸੀਗਾ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਲੈ ਕੀਤਾ ਜਾਵੇ, ਹੈ ਨਾ। ਇਹ ਕੋਈ ਬਹੁਤ ਵੱਡੀ ਮੰਗ ਨਹੀਂ ਸੀ,
ਬੜੀ ਇੱਕ ਸਟੇਟ ਵਿੱਚ ਰਹਿੰਦੇ ਆ ਜਾਂ ਦੇਸ਼ ਆ, ਉਹ ਕੁਝ ਵੀ ਇਸ ਤਰ੍ਹਾਂ ਦਾ ਕਰ ਸਕਦੇ ਸੀ ਵੀ ਇੱਕ ਟਰਾਂਸਮੀਟਰ ਲਾਇਆ ਜਾਵੇ, ਇਸ ਤਰ੍ਹਾਂ ਦੀ ਮੰਗ ਇਹ ਪ੍ਰੋਮੀਨੈਂਟ ਮੰਗਾਂ ਵਿੱਚ ਸੀ, ਹੈ ਨਾ। ਅੱਜ ਜੇ ਆਪਾਂ ਦੇਖੀਏ ਉਹ ਮੰਗ ਨਹੀਂ ਮੰਨੀ ਗਈ ਜਿੱਦ ਦੇ ਵਜੋਂ, ਹੈ ਨਾ। ਅੱਜ ਆਪਾਂ ਦੇਖੀਏ ਵੀ ਅੱਜ ਟੈਕਨੋਲੋਜੀ ਨੇ ਇੰਨੀ ਡਿਵੈਲਪਮੈਂਟ ਕਰ ਲਈ ਹੈ, ਅੱਜ ਆਪਾਂ ਨੂੰ ਮੋਨੀਟਰ ਦੀ ਕਿਸੇ ਦੀ ਲੋੜ ਹੀ ਨਹੀਂ ਹੈ, ਇੰਨੀ ਜ਼ਿਆਦਾ ਵਾਸਟ ਇਨਫੋਰਮੇਸ਼ਨ ਦਾ ਸਾਰਾ ਸਿਸਟਮ ਹੋ ਗਿਆ ਹੋਇਆ ਵੀ ਉਹਦੇ 'ਚੋਂ ਮਤਲਬ ਕਿ ਹੁਣ ਉਹ ਹੱਦਾਂ ਹੀ ਪਾਰ ਹੋ ਗਈਆਂ। ਹੁਣ ਸਰਕਾਰ ਦੇ ਹੱਥ ਵਿੱਚ ਉਹ ਇਨਫੋਰਮੇਸ਼ਨ ਦੇ ਜਿਹੜੇ ਟੂਲਸ ਨੇ ਉਹ ਰਹੇ ਨਹੀਂ ਸਰਕਾਰ ਕੋਲ, ਹੈ ਨਾ। ਜੇ ਉਹ ਮੰਗ ਉਦੋਂ ਮੰਨ ਲਈ ਜਾਂਦੀ, ਹੋ ਸਕਦਾ ਵੀ ਇਤਿਹਾਸ ਦੀਆਂ ਜਿਹੜੀਆਂ ਪੈੜਾਂ ਨੇ ਕੁਝ ਹੋਰ ਤਰ੍ਹਾਂ ਦੀਆਂ ਹੁੰਦੀਆਂ, ਜਿਹੜਾ ਇੰਨਾ ਖੂਨ ਖਰਾਬਾ ਹੋਇਆ ਜਾਂ ਹੋਰ ਜਿਹੜੀਆਂ ਡੈਮੋਕ੍ਰੈਟਿਕ ਮੰਗਾਂ ਸੀ ਉਹ ਮੰਨ ਲਈਆਂ ਜਾਂਦੀਆਂ, ਤਾਂ ਹੋ ਸਕਦਾ ਸੀ ਉਹ ਖੂਨ ਖਰਾਬਾ ਨਾ ਹੁੰਦਾ। ਹੁਣ ਜੇ ਆਪਾਂ ਕਿਤਾਬ ਵੱਲ ਆਈਏ ਤਾਂ ਕਿਤਾਬ ਦਾ ਇਹ ਹੈਗਾ ਵੀ ਕਿਸੇ ਵੀ ਕਿਤਾਬ ਦਾ ਉਹਦੇ ਰਾਈਟਰ ਨਾਲ, ਉਹਦੇ ਲੇਖਕ ਨਾਲ ਬਹੁਤ ਗੂੜਾ ਸੰਬੰਧ ਹੁੰਦਾ ਹੈ। ਤੁਸੀਂ ਕਿਤਾਬ ਰਾਹੀਂ ਲੇਖਕ ਨੂੰ ਪੜ੍ਹ ਰਹੇ ਹੁੰਦੇ ਹੋ ਅਤੇ ਲੇਖਕ ਰਾਹੀਂ ਕਿਤਾਬ ਨੂੰ ਪੜ੍ਹ ਰਹੇ ਹੁੰਦੇ ਹੋ, ਇਹ ਦੋਵੇਂ ਵਾਈਸ ਵਰਸਾ ਇੱਕ ਦੂਜੇ ਨਾਲ। ਜਦੋਂ ਤੁਸੀਂ ਕਿਤਾਬ ਪੜ੍ਹਦੇ ਹੋ, ਕਿਤਾਬ ਦੇ ਨਾਲ ਨਾਲ ਤੁਸੀਂ ਉਸ ਲੇਖਕ ਦੀ ਮਾਨਸਿਕਤਾ ਨੂੰ ਵੀ ਪੜ੍ਹ ਰਹੇ ਹੁੰਦੇ ਹੋ ਵੀ ਲੇਖਕ ਹੈ ਕੌਣ ਆ, ਲੇਖਕ ਚਾਹੁੰਦਾ ਕੀ ਆ, ਉਹਦੇ ਅੰਦਰ ਦੀਆਂ ਭਾਵਨਾਵਾਂ ਕੀ ਨੇ। ਸੋ ਇਹ ਕਿਤਾਬ ਜਿੰਨੀਆਂ ਵੀ ਕਿਤਾਬਾਂ ਆਈਆਂ ਨੇ, ਹੁਣ ਜੇ KPS ਗਿੱਲ ਦੀ ਕਿਤਾਬ ਆਈ ਆ, ਤੁਸੀਂ ਉਹਦਾ ਦੇਖ ਸਕਦੇ ਹੋ ਵੀ ਉਹਦੀ ਕਿਤਾਬ ਨੂੰ ਤੁਸੀਂ ਉਹਦੀ ਸ਼ਖਸੀਅਤ ਨਾਲ ਮੇਲ ਕੇ ਦੇਖ ਸਕਦੇ ਹੋ ਵੀ ਉਹ ਕਿਸ ਤਰ੍ਹਾਂ ਦੀ ਸ਼ਖਸੀਅਤ ਦਾ ਮਾਲਕ ਸੀ। ਜਨਰਲ ਕੁਲਦੀਪ ਬਰਾੜ ਦੀ ਆ ਜਾਂ GPS ਸਿੱਧੂ ਦੀ ਆ ਜਾਂ ਹੋਰ ਜਿੰਨੀਆਂ ਵੀ ਨੇ। ਸੋ ਇਹ ਵਾਈਸ ਵਰਸਾ ਹੁੰਦਾ ਵੀ ਕਿਤਾਬ ਰਾਹੀਂ ਤੁਸੀਂ ਲੇਖਕ ਨੂੰ ਪੜ੍ਹਦੇ ਹੋ ਅਤੇ ਲੇਖਕ ਰਾਹੀਂ ਆ ਜਿਹੜਾ ਕਿਤਾਬ ਨੂੰ ਪੜ੍ਹਦੇ ਹੋ। ਸੋ ਭਾਈ ਦਲਜੀਤ ਸਿੰਘ ਦਾ ਇਹ ਜਿਹੜਾ ਯਤਨ ਹੈ, ਅਸੀਂ ਸਮਝਦੇ ਹਾਂ ਵੀ ਇਹ ਇਕੱਲਾ ਲਹਿਰ ਨੂੰ ਸਮਝਣ ਦਾ ਨਹੀਂ, ਲਹਿਰ ਤੋਂ ਵੀ ਜ਼ਿਆਦਾ ਭਾਈ ਦਲਜੀਤ ਸਿੰਘ ਨੂੰ ਵੀ ਸਮਝਣ ਦਾ ਇੱਕ ਯਤਨ ਹੈਗਾ ਵੀ ਉਹ ਅਸਲ 'ਚ ਜਾਂ ਉਹਨਾਂ ਦੇ ਨਾਲ ਜਿਹੜੀ ਇੱਕ ਟੀਮ ਸੀ, ਜਿਨ੍ਹਾਂ ਨੂੰ ਦਿੱਲੀ ਵਾਲੀ ਟੀਮ ਕਿਹਾ ਜਾਂਦਾ ਸੀ, ਵੀ ਉਹਦੇ ਵਿੱਚ ਕਿੰਨੇ ਸੰਜੀਦਾ ਅਤੇ ਸੁਹਿਰਦ ਨੌਜਵਾਨ ਸੀ, ਜਿਹੜੇ ਸੈਂਸਿਟਿਵ ਕਿੰਨੇ ਸੀ। ਇਹਦੇ ਵਿੱਚੋਂ ਜਦੋਂ ਆਪਾਂ ਜਿਹੜੀਆਂ ਸਾਖੀਆਂ ਆਈਆਂ ਨੇ, ਜਦੋਂ ਆਪਾਂ ਉਹਨਾਂ ਦਾ ਜ਼ਿਕਰ ਕਰਾਂਗੇ, ਉਹਦੇ 'ਚ ਆਉਂਦਾ ਵੀ ਇੱਕ ਜਿਹੜੀ ਸੀਗੀ ਵੀ ਹਥਿਆਰਬੰਦ, ਆਪਾਂ ਵੈਸੇ ਜੇ ਰੈਸ਼ਲੀ ਕਹਿਣਾ ਹੋਵੇ ਤਾਂ ਕਹਿ ਲੈਂਦੇ ਵੀ ਵਾਇਲੈਂਟ ਮੂਵਮੈਂਟ ਕਹਿ ਦਿੰਦੇ ਆ ਲੋਕ, ਹੈ ਨਾ, ਵੀ ਵਾਇਲੈਂਟ ਮੂਵਮੈਂਟ ਸੀਗੀ, ਹੈ ਨਾ। ਸੋ ਆਪਾਂ ਵਾਇਲੈਂਟ ਮੂਵਮੈਂਟ ਦਾ ਸ਼ਬਦ ਨਹੀਂ ਵਰਤਦੇ, ਵੀ ਇੱਕ ਖਾਸ ਕਰਕੇ ਜਦੋਂ ਇੱਕ ਆਰਮੀ ਸਟਰਗਲ ਚੱਲ ਰਿਹਾ ਹੁੰਦਾ, ਆਰਮਡ ਸਟਰਗਲ ਵਿੱਚ ਆਮ ਤੌਰ 'ਤੇ ਬੰਦਾ ਬਹੁਤ ਨਾ ਹਾਰਸ਼ ਹੋ ਜਾਂਦਾ ਜੀ, ਸਖਤ ਦਿਲ ਹੋ ਜਾਂਦਾ। ਉਹਦੇ 'ਚੋਂ ਜਿਹੜੀ ਸੈਂਸਿਟੀਵਿਟੀਜ਼ ਆ, ਜਿਹੜੇ ਸੈਂਟੀਮੈਂਟਸ ਆ, ਜਿਹੜੀ ਪੋਲਾਈਟਨੈਸ ਆ, ਕਿਉਂਕਿ ਉਹ ਜੰਗ ਦੀਆਂ ਲੋੜਾਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ। ਜਦੋਂ ਤੁਸੀਂ ਜੰਗ ਵਿੱਚ ਹੁੰਦੇ ਹੋ, ਖਾਸ ਕਰਕੇ ਜਦੋਂ ਤੁਸੀਂ ਅੰਡਰਗਰਾਊਂਡ ਰਹਿ ਰਹੇ ਹੋ, ਹਰ ਟਾਈਮ ਤੁਹਾਨੂੰ ਇਹ ਡਰ ਹੈ ਵੀ ਮੈਂ ਫੜਿਆ ਨਾ ਜਾਵਾਂ, ਮਤਲਬ ਕਿ ਸਾਡੇ ਕੋਈ ਭੇਦ ਨਾ ਗੁਪਤ ਉਹ ਨਾ ਲਏ ਜਾਣ, ਸਾਡੇ ਜਿਹੜੇ ਹਥਿਆਰ ਨੇ ਉਹ ਨਾ ਫੜੇ ਜਾਣ। ਸੋ ਇੱਕ ਤਰ੍ਹਾਂ ਦੇ ਪ੍ਰੈਸ਼ਰ 'ਚ ਰਹਿੰਦਾ ਬੰਦਾ, ਜਿਹੜਾ ਰੂਪੋਸ਼ ਹੋਇਆ ਨਾ ਬੰਦਾ, ਕਿਉਂਕਿ ਉਹਦੀਆਂ ਘਰ ਜਾ ਨਹੀਂ ਸਕਦਾ, ਲਗਾਤਾਰ ਇੰਨੀਆਂ ਜ਼ਿਆਦਾ ਆਲੇ ਦੁਆਲੇ ਪੁਲਿਸ ਦਾ ਸਟਰਕਚਰ ਹੁੰਦਾ ਵੀ ਉਹਦੇ 'ਚੋਂ ਇੰਨੇ ਜ਼ਿਆਦਾ ਅੰਡਰ ਪ੍ਰੈਸ਼ਰ ਬੰਦਾ ਰਹਿੰਦਾ। ਉਹਦੇ 'ਚੋਂ ਇਹ ਹੈਗਾ ਵੀ ਉਹਦੇ ਵਿੱਚੋਂ ਜਿਹੜੀਆਂ ਆਮ ਮਨੁੱਖਾਂ ਵਾਲੀ ਪੋਲਾਈਟਨੈਸ ਹੈ, ਜਿਹੜੀ ਇੱਕ ਬੌਂਡਿੰਗ ਦਾ ਫੈਕਟਰ ਹੁੰਦਾ ਤੁਹਾਡਾ ਆਪਣੀ ਫੈਮਿਲੀ ਨਾਲ, ਆਪਣੇ ਯਾਰਾਂ ਦੋਸਤਾਂ ਨਾਲ ਜਾਂ ਆਪਣੀ ਸੁਸਾਇਟੀ ਨਾਲ, ਉਹ ਕਾਫੀ ਨਾ ਖਤਮ ਹੋ ਜਾਂਦਾ। ਪਰ ਜਦੋਂ ਆਪਾਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਨਾ, ਉਹਦੇ 'ਚ ਤੁਸੀਂ ਦੇਖੋ ਵੀ ਜਿਹੜੀਆਂ ਸਾਖੀਆਂ ਆਈਆਂ ਨੇ, ਇੱਕ ਤਾਂ ਹੈਗਾ ਵੀ ਪਹਿਲਾਂ ਉਹਨਾਂ ਨੇ ਆਪ ਦੇ ਬਾਰੇ ਕੁਝ ਨਹੀਂ ਲਿਖਿਆ, ਭਾਈ ਦਲਜੀਤ ਸਿੰਘ ਨੇ, ਵੀ ਇਹ ਸਭ ਤੋਂ ਵੱਡੀ ਖੂਬੀ ਹੈ ਇਸ ਕਿਤਾਬ ਦੀ। ਉਹਨਾਂ ਨੇ ਇਹ ਨਹੀਂ ਕਿਹਾ, ਨਹੀਂ ਆਮ ਤੌਰ 'ਤੇ ਹੁੰਦਾ ਵੀ ਮੈਂ ਮੁਖੀ ਹੁੰਦੀਆਂ ਨੇ ਕਿਤਾਬਾਂ, ਖਾਸ ਕਰਕੇ ਜਦੋਂ ਕੋਈ ਲੀਡਰਸ਼ਿਪ ਦੇ ਅਹੁਦੇ ਤੋਂ ਰਿਹਾ ਹੋਵੇ ਅਤੇ ਫਿਰ ਉਹ ਕਿਤਾਬ ਲਿਖੇ, ਉਹਦੇ 'ਚੋਂ ਸਾਰੀ ਉਹਦੀ ਹਉਮੈ ਝਲਕਦੀ ਹੁੰਦੀ ਆ ਵੀ ਮੈਂ ਆਹ ਕਰਿਆ, ਮੈਂ ਆਹ ਕਰਿਆ, ਜਾਂ ਮੈਂ ਅਸੀਂ ਇਸ ਤਰ੍ਹਾਂ ਕਰਿਆ। ਉਹਦੇ 'ਚ ਉਹਨਾਂ ਨੇ ਜਿਹੜਾ ਇਹ ਕਿਤਾਬਾਂ ਦੀ ਸੀਰੀਜ਼ ਆਊਗੀ, ਇਹ 4-5 ਕਿਤਾਬਾਂ ਆਉਣਗੀਆਂ। ਸੋ ਪਹਿਲੀ ਕਿਤਾਬ ਆ ਜਿਹੜੀ, ਉਹਦੇ 'ਚੋਂ ਜਿਹੜੇ ਅਨਸੰਗ ਹੀਰੋਜ਼ ਆ, ਜਿਹੜੇ ਸਿੱਖ ਲਹਿਰ ਦੇ ਅਨਸੰਗ ਹੀਰੋਜ਼, ਜਿਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ, ਕਿਤੇ ਉਹਨਾਂ ਦਾ ਇਤਿਹਾਸ ਵਿੱਚ ਨਾਂ ਹੀ ਨਹੀਂ ਆਇਆ, ਔਰ ਇੰਨਾ ਜ਼ਿਆਦਾ ਤਸ਼ੱਦਦ ਸਹਿਣ ਤੋਂ ਬਾਅਦ ਮਤਲਬ ਕਿ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਪ੍ਰਤੀਬੱਧਤਾ ਕਾਇਮ ਰੱਖੀ, ਸੰਘਰਸ਼ ਪ੍ਰਤੀ ਵੀ, ਆਪਣੇ ਲੋਕਾਂ ਪ੍ਰਤੀ ਵੀ। ਇੰਨਾ ਟੌਰਚਰ ਸੀ। ਆਪਾਂ ਹੁਣ ਉਹਦੇ 'ਚ ਗੱਲ ਕਰਾਂਗੇ ਵੀ ਕਿਸ ਕਿਸਮ ਦੇ ਜਿਹੜੇ ਯੋਧੇ ਆਏ ਹੈ ਨਾ, ਜਿਨ੍ਹਾਂ ਬਾਰੇ ਕੋਈ ਨਹੀਂ ਜਾਣਦਾ। ਕੁਛ ਉਹ ਬੰਦੇ ਜਿਹੜੇ ਇਹ ਸੰਘਰਸ਼ ਦੀ ਟੌਪ ਲੀਡਰਸ਼ਿਪ ਵੀ ਸੀ, ਉਹ 5-10 ਬੰਦਿਆਂ ਨੂੰ ਪਤਾ। ਫਿਰ ਉਹਨਾਂ 'ਚ ਕਿੰਨੀ ਸੈਂਸਿਟੀਵਿਟੀ ਸੀ, ਉਹ ਕਿੰਨੀ ਪ੍ਰਤੀਬੱਧਤਾ ਨਾਲ ਸਾਰਾ ਸੰਘਰਸ਼ ਆ ਜਿਹੜਾ ਲੜਿਆ ਹੈ ਨਾ। ਅਤੇ ਆਪਾਂ ਜੇ ਗੱਲ ਕਰ ਰਹੇ ਸੀ ਵੀ ਇਸ ਵਿੱਚੋਂ ਭਾਈ ਦਲਜੀਤ ਸਿੰਘ ਨੇ ਆਪਣੀ ਹਉਮੈ ਜਾਂ ਆਪਣੀ ਮੈਂ ਨੂੰ ਕੁਛ ਨਹੀਂ ਕਿਹਾ ਵੀ ਮੈਂ ਕੁਛ ਕਰਿਆ ਨਹੀਂ। ਆਮ ਤੌਰ 'ਤੇ ਹੁੰਦਾ ਛੋਟੇ ਆਪਾਂ ਤੁਸੀਂ ਦੇਖੀ ਆ ਵੀ ਸਾਡੇ ਆਲੇ ਦੁਆਲੇ ਜਿਹੜੇ ਪੋਲੀਟੀਸ਼ੀਅਨ ਤੁਰੇ ਫਿਰਦੇ ਨੇ, ਕਿਸ ਤਰ੍ਹਾਂ ਹਉਮੈ ਦੇ ਭਰੇ ਹੋਏ ਨੇ, ਕਿੰਨੀ ਵੱਡੀ ਈਰਖਾ ਜਾਂ ਕਿਸ ਕਿਸਮ ਦਾ ਉਹ ਇੱਕ ਤਰ੍ਹਾਂ ਐਂ ਲਾਈ ਫਿਰਦੇ ਆ ਵੀ ਜਿੱਦਾਂ ਅਸੀਂ ਅਸਮਾਨ ਚੁੱਕੀ ਫਿਰਦੇ ਹਾਂ।
ਹੈ ਨਾ। ਉਹਨਾਂ ਨੂੰ ਐਂ ਲੱਗਦਾ ਵੀ ਪੰਜਾਬ ਸਾਰਾ ਜਿਸ ਤਰ੍ਹਾਂ ਸਾਡੇ ਹੁਕਮਾਂ 'ਚ ਹੀ ਚੱਲ ਰਿਹਾ ਆ, ਸਾਰੀ ਦੁਨੀਆ ਸਾਡੇ ਹੁਕਮਾਂ 'ਚ ਹੀ ਚੱਲ ਰਹੀ ਹੈ। ਛੋਟੇ ਛੋਟੇ ਈਵਨ ਮੁਹੱਲਾ ਲੈਵਲ ਦੇ ਜੇ ਲੀਡਰ ਵੀ ਹੋਣ, ਉਹਨਾਂ ਨੂੰ ਵੀ ਇਸ ਤਰ੍ਹਾਂ ਹੁੰਦਾ ਵੀ ਹਾਂ ਸਾਰਾ ਕੁਛ ਅਸੀਂ ਆਪ ਹੀ ਸਿਰਜ ਰਿਹਾ, ਵੀ ਸਾਡੇ ਆਲੇ ਦੁਆਲੇ ਹੀ ਹੈ। ਸੋ ਇਸ ਕਿਤਾਬ ਦੀ ਪਹਿਲੀ ਖੂਬੀ ਤਾਂ ਇਹ ਆ ਵੀ ਇਹਦੇ ਵਿੱਚੋਂ ਕਿਸੇ ਦੀ ਨਿੱਜੀ ਹਉਮੈ, ਖਾਸ ਕਰਕੇ ਲੇਖਕ ਦੀ ਨਿੱਜੀ ਹਉਮੈ ਤਾਂ ਬਿਲਕੁਲ ਹੀ ਨਹੀਂ ਹੈ। ਉਹਨਾਂ ਨੇ ਉਹਨਾਂ ਯੋਧਿਆਂ ਬਾਰੇ ਲਿਖਿਆ ਜਿਹੜੇ ਬਹੁਤ ਹੀ ਸਹਿਜ ਨਾਲ, ਬੜੀ ਤੀਬਰਤਾ ਨਾਲ ਸਾਰੀ ਜੰਗ ਦਾ ਉਹ ਇੱਕ ਤਰ੍ਹਾਂ ਨਾਲ ਉਸ ਜੰਗ ਨੂੰ ਰਵਾਨਗੀ ਬਖਸ਼ੀ। ਉਹਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ ਵੀ ਉਹ ਕਾਇਮ ਰੱਖੀਆਂ ਔਰ ਤਸ਼ੱਦਦ ਸਿਆ। ਹੁਣ ਇਹ ਕਿਤਾਬ ਜਦੋਂ ਸ਼ੁਰੂ ਹੁੰਦੀ ਹੈ, ਸ਼ੁਰੂ 'ਚ ਹੀ ਦੋ ਵਾਕਿਆ ਨੇ ਵੀ ਕੋਈ ਬਹੁਤ ਵੱਡੇ ਪੁਲਿਸ ਆਫੀਸਰਸ ਆ ਜਿਨ੍ਹਾਂ ਨੇ ਸਿੱਖਾਂ 'ਤੇ ਟੌਰਚਰ ਕਰਿਆ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ, ਜਿਨ੍ਹਾਂ ਨੇ ਬੀਬੀਆਂ ਦੀ ਬੇਪਤੀ ਕਰੀ, ਮਤਲਬ ਕਿ ਇਸ ਕਿਸਮ ਦੇ ਜਿਹੜੇ ਉਹ ਪੂਰੇ ਹਿਊਮਨ ਰਾਈਟਸ ਦੀ ਵਾਇਲੇਸ਼ਨਸ ਵਿੱਚ ਸ਼ਾਮਲ ਆ, ਹੈ ਨਾ। ਉਹਨਾਂ ਦਾ ਮਤਲਬ ਕਿ ਉਹਨਾਂ ਨੂੰ ਟਾਰਗੇਟ ਕਰਨ ਲਈ ਜਿਹੜੇ ਸਿੰਘ ਨੇ ਉਹ ਜਾਂਦੇ ਨੇ। ਇੱਕ ਪੁਲਿਸ ਆਫੀਸਰ, ਕਾਫੀ ਬਦਨਾਮ ਪੁਲਿਸ ਆਫੀਸਰ ਆ, ਉਹਦੇ ਘਰ ਤੱਕ ਪਹੁੰਚ ਜਾਂਦੇ ਹਨ। ਬਹੁਤ ਹਾਈ ਸਿਕਿਉਰਿਟੀ ਵਿੱਚ ਰਹਿ ਰਿਹਾ ਉਹ ਪੁਲਿਸ ਆਫੀਸਰ। ਸਿੰਘਾਂ ਦੇ ਯਤਨਾਂ ਨਾਲ ਉਹ ਹੌਲੀ ਕਹਿੰਦੇ ਵੀ 6-7 ਮਹੀਨੇ ਲੱਗ ਗਏ ਉਹਨਾਂ ਨੂੰ ਉੱਥੇ ਤੱਕ ਪਹੁੰਚਣ ਲਈ, ਹੈ ਨਾ, ਵੀ ਉਹਦੇ ਘਰ ਦੇ ਨੇੜੇ ਪਹੁੰਚਣ ਲਈ। ਫਿਰ ਇੱਕ ਉਹਨਾਂ ਦਾ ਹੀ ਬੰਦਾ ਪੁਲਿਸ ਆਫੀਸਰ ਬਣ ਕੇ ਉਹਦੇ ਘਰ ਦੇ ਬਾਹਰ ਜਿਸ ਤਰ੍ਹਾਂ ਉਹਦੀ ਸਿਕਿਉਰਿਟੀ ਕਰਨ ਲੱਗ ਗਿਆ, ਉਹਦਾ ਗਾਰਡ ਬਣ ਗਿਆ। ਇੱਕ ਦਿਨ ਆਇਆ ਵੀ ਜਦੋਂ ਉਹਨੂੰ ਮਾਰਿਆ ਜਾਣਾ ਸੀ, ਉਸ ਆਫੀਸਰ ਨੂੰ ਜਿਹਨੇ ਬਹੁਤ ਸਾਰਾ ਤਸ਼ੱਦਦ ਕਰਿਆ ਸੀ। ਅਤੇ ਜਦੋਂ ਉਹ ਸ਼ਾਮ ਨੂੰ ਆਇਆ, ਜਦੋਂ ਕਮਰੇ ਵਿੱਚ ਸਿੰਘ ਬਾਹਰ ਖੜ੍ਹਾ ਹੈਗਾ, ਸ਼ਾਮ ਨੂੰ ਆਇਆ ਅਤੇ ਉਹ ਰਹਿਰਾ ਸਾਹਿਬ ਦਾ ਪਾਠ ਕਰਨ ਲੱਗ ਗਿਆ, ਜਿਹੜਾ ਪੁਲਿਸ ਆਫੀਸਰ ਆ, ਹੈ ਨਾ। ਸੋ ਸਿੰਘ ਬਾਹਰ ਉਡੀਕਦਾ ਰਿਹਾ, ਹੈ ਨਾ, ਵੀ ਇਹ ਰਹਿਰਾ ਸਾਹਿਬ ਦਾ ਪਾਠ ਕਰ। ਉਹਦੇ ਹੱਥ ਵਿੱਚ ਗੁਟਕਾ ਸਾਹਿਬ ਸੀ। ਸੋ ਜਿਹੜਾ ਸਿੰਘ ਉਹਨੂੰ ਮਾਰਨ ਗਿਆ ਸੀ, ਉਹਦੀ ਮਾਨਸਿਕਤਾ ਨੇ ਅਲਾਓ ਨਹੀਂ ਕਰਿਆ ਵੀ ਇਸ ਬੰਦੇ ਕੋਲ ਜੇ ਗੁਟਕਾ ਸਾਹਿਬ ਆ, ਮੈਂ ਇਹਨੂੰ ਕਤਲ ਨਹੀਂ ਕਰ ਸਕਦਾ, ਇਹ ਮੇਰੇ ਗੁਰੂ ਦੀ ਬੇਅਦਬੀ ਹੋਊਗੀ। ਉਹਦੇ ਹੱਥ ਵਿੱਚ ਗੁਟਕਾ ਸਾਹਿਬ ਆ। ਉਹ ਕਹਿੰਦੇ ਵੀ ਰਹਿਰਾ ਸਾਹਿਬ ਕਰਦਾ ਰਿਹਾ ਉਹ, ਅਤੇ ਉਹ ਸਿੰਘ ਬਾਹਰ ਖੜ੍ਹਾ ਰਿਹਾ। ਹਾਲਾਂਕਿ ਕਹਿੰਦੇ ਵੀ ਇੰਨਾ ਜ਼ਿਆਦਾ ਉਹਨਾਂ ਦਾ ਸਮਾਂ ਖਰਚ ਹੋਇਆ ਸੀ, ਇੰਨੇ ਜ਼ਿਆਦਾ ਰਿਸੋਰਸਿਸ ਖਰਚ ਹੋਏ ਸੀ, ਔਰ ਇੰਨਾ ਉਹ ਜ਼ਾਲਮ ਪੁਲਿਸ ਆਫੀਸਰ ਸੀ। ਜੇ ਕੋਈ ਮਤਲਬ ਕਿ ਕੋਈ ਸ਼ਾਰਟ ਲਿਵਡ ਬੰਦਾ ਹੁੰਦਾ, ਜਿਹੜੀ ਉਹਦੀ ਗੁਰੂ ਨਾਲ ਲਿਵ ਨਾ ਲੱਗੀ ਹੁੰਦੀ, ਤਾਂ ਉਹਨੇ ਉਹ ਬੰਦਾ ਮਾਰ ਦੇਣਾ ਸੀ। ਪਰ ਉਸ ਸਿੰਘ ਨੇ ਇੰਨਾ ਜ਼ਾਬਤ ਰੱਖਿਆ, ਇੰਨਾ ਡਿਸਿਪਲਿਨ ਰੱਖਿਆ ਆਪਣੇ ਗੁਰੂ ਦਾ, ਵੀ ਉਹਦੇ ਹੱਥ ਵਿੱਚ ਗੁਟਕਾ ਸਾਹਿਬ ਆ, ਅਸੀਂ ਉਹਦਾ ਕਤਲ ਨਹੀਂ ਕਰਨਾ। ਕਾਫੀ ਦੇਰ ਕਹਿੰਦੇ ਵੀ ਅੱਧਾ ਘੰਟਾ ਉਹ ਰਿਹਾ, ਉਹਨੇ ਰਹਿਰਾਸ ਕਰਿਆ ਬੰਦੇ ਨੇ, ਅਤੇ ਫਿਰ ਰਹਿਰਾਸ ਕਰਨ ਤੋਂ ਬਾਅਦ ਮੱਥਾ ਟੇਕ ਕੇ ਗੁਟਕਾ ਸਾਹਿਬ ਨੂੰ ਉਹ ਕਮਰੇ 'ਚੋਂ ਚਲਿਆ ਗਿਆ, ਅਤੇ ਉਸ ਨੂੰ ਮਾਰਿਆ ਨਹੀਂ ਜਾ ਸਕਿਆ। ਅਤੇ ਉਹ ਕਹਿੰਦੇ ਵੀ ਉਹ ਦੋਨੋਂ ਬੰਦੇ ਜਿਹੜੇ ਮਾਰਨ ਗਏ ਸੀਗੇ, ਉਹ ਭਾਜੀ ਦੱਸਦੇ ਆ ਵੀ ਮੇਰੇ ਕੋਲ ਆਏ। ਫਿਰ ਉਹ ਬੜੇ ਜਿੱਦਾਂ ਤਕਲੀਫ ਵਿੱਚ ਸੀ, ਉਹਨਾਂ ਨੇ ਫਿਰ ਮੇਰੇ ਨਾਲ ਸਾਰੀ ਗੱਲ ਸਾਂਝੀ ਕਰੀ। ਸੋ ਅਤੇ ਮੈਂ ਕਿਹਾ ਵੀ ਜੇ ਉਹਨਾਂ ਨੇ ਵੀ ਕਿਹਾ ਵੀ ਜੇ ਗੁਰੂ ਸਾਹਿਬ ਨੇ ਉਹਨੂੰ ਰੱਖਣਾ ਸੀ ਤਾਂ ਉਹਦੀ ਰਾਖੀ ਹੋਗੀ, ਵੀ ਸਾਡੇ ਯਤਨ ਜੇ ਫੇਲ ਹੋਇਆ ਤਾਂ ਹੋ ਸਕਦਾ ਗੁਰੂ ਮਹਾਰਾਜ ਉਹਨੂੰ ਰੱਖਣਾ ਚਾਹੁੰਦੇ ਹੋਣ। ਸੋ ਇਸ ਕਿਸਮ ਦਾ ਵੀ ਗੁਰੂ ਦਾ ਅਦਬ ਕਿੰਨਾ, ਵੀ ਗੁਰਬਾਣੀ ਦਾ ਜਾਂ ਉਹ ਪਾਠ ਕਰ ਰਿਹਾ, ਵੀ ਮਤਲਬ ਕਿ ਜਿਹੜੇ ਸਿੱਖ ਜੰਗ ਦੇ ਆ ਨਾ, ਵੀ ਸਿੱਖਾਂ ਦੀ ਜਿਹੜੀ ਜੰਗ ਆ, ਉਹ ਆਪਾਂ ਲਗਾਤਾਰ ਕਹਿੰਦੇ ਵੀ ਸਿੱਖ ਜੰਗ ਨਫ਼ਰਤ 'ਚੋਂ ਨਹੀਂ ਹੁੰਦੀ। ਸਿੱਖਾਂ ਦੀ ਜੰਗ ਸਿਮਰਨ ਨਾਲ, ਗੁਰਬਾਣੀ ਨਾਲ, ਗੁਰੂ ਆਸ਼ੇ ਨਾਲ ਜੁੜੀ ਹੋਈ ਆ। ਸੋ ਜੰਗ ਦੇ ਦੁਨੀਆ ਦੇ ਪਰਸਪੈਕਟਿਵ ਹੋਰ ਨੇ, ਸਿੱਖਾਂ ਦੇ ਜਿਹੜੇ ਆਪਣੇ ਪਰਸਪੈਕਟਿਵ ਆ ਜੰਗ ਦੇ। ਸਿੱਖ ਕਦੀ ਵੀ ਨਫ਼ਰਤ ਨਾਲ ਜੰਗ ਨਹੀਂ ਕਰਦਾ। ਜੰਗ ਲੜ ਰਹੇ ਆ ਪਰ ਨਫ਼ਰਤ ਕੋਈ ਨਹੀਂ, ਦੁਸ਼ਮਣ ਦੇ ਖਿਲਾਫ ਕੋਈ ਨਫ਼ਰਤ ਨਹੀਂ। ਭਾਈ ਕਨ੍ਹੱਈਆ ਜੀ ਵਾਂਗ ਪਾਣੀ ਵੀ ਪਿਲਾਈ ਜਾ ਰਿਹਾ, ਇੱਕ ਜਥਾ ਵੀ ਉਹ ਪਾਣੀ ਵੀ ਪਿਲਾਈ ਜਾ ਰਿਹਾ, ਦੂਜਾ ਜਥਾ ਵੀ ਉਹ ਲੜ ਵੀ ਰਿਹਾ। ਸੋ ਇਹਦੇ ਨਾਲ ਜੰਗ ਦੀਆਂ ਜਿਹੜੀਆਂ ਆਮ ਦੁਨੀਆ ਵਿੱਚ ਇੱਕ ਟਰਮਨੋਲੋਜੀ ਬਣੀ ਹੋਈ ਆ ਵੀ ਨਫ਼ਰਤ ਨਾਲ, ਕਤਲੋਗਾਰਤ ਨਾਲ ਜੰਗ ਲੜ ਰਹੀਆਂ, ਉਹ ਇਸ ਘਟਨਾ ਨੇ ਦੱਸੀ। ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਹੋਈਆਂ। ਦੂਜਾ ਟਾਰਗੇਟ ਸੀਗਾ ਵੀ ਉਹ ਕੋਈ ਵੱਡਾ ਪੁਲਿਸ ਆਫੀਸਰ ਗੁਰਦੁਆਰਾ ਸਾਹਿਬ 'ਚ ਬੈਠਾ ਸੀ, ਉੱਥੇ ਵੀ ਸਿੰਘ ਬੈਠੇ ਸੀ। ਉਹਨਾਂ ਦੇ ਮਨਾਂ 'ਚ ਆਇਆ ਵੀ ਮਾਰੀਏ ਕਿ ਨਾ ਮਾਰੀਏ। 4-5 ਸਿੰਘ ਸੀ, ਹੈ ਨਾ, ਅਤੇ ਉਹ ਕਹਿੰਦੇ ਵੀ ਅੰਤ ਨੂੰ ਉਹਨਾਂ ਨੇ ਇੱਕ ਦੂਜੇ ਨਾਲ ਇਸ਼ਾਰਾ ਕਰ ਲਿਆ ਵੀ ਨਹੀਂ, ਵੀ ਗੁਰੂ ਦੀ ਹਜ਼ੂਰੀ 'ਚ ਨਹੀਂ ਬੰਦਾ ਮਾਰਨਾ, ਚਾਹੇ ਕਿੱਡਾ ਵੀ ਵੱਡਾ ਜ਼ਾਲਮ ਹੋਵੇ। ਸੋ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ, ਇਹਨੇ ਸਿੱਖ ਜੰਗ ਦੇ ਉਹਨਾਂ ਯੋਧਿਆਂ ਨੂੰ ਸਾਹਮਣੇ ਲਿਆਂਦਾ ਜਿਨ੍ਹਾਂ ਬਾਰੇ ਆਪਾਂ ਕੋਈ ਵੀ ਨਹੀਂ ਜਾਣਦਾ, ਕਿਸੇ ਨੂੰ ਨਹੀਂ ਪਤਾ ਸੀਗਾ ਨਾ। ਫਿਰ ਇਹਦੇ ਵਿੱਚ ਇੱਕ ਕਹਾਣੀ ਆਈ ਹੈਗੀ ਆ, ਇੱਕ ਬਿਲਕੁਲ ਹੀ ਕਲੀਨ ਸ਼ੇਵਡ ਮੁੰਡਾ, ਸ਼ਰਾਬ ਵੀ ਪੀਂਦਾ, ਉਹ ਈਵਨ ਉਹ ਦੱਸਦੇ ਆ ਵੀ ਨਸ਼ੇ ਵੀ ਖਾਂਦਾ, ਹੈ ਨਾ, ਅਤੇ ਡਰੱਗਸ ਵਗੈਰਾ ਲੈਂਦਾ, ਸਿਗਰਟਾਂ ਪੀਂਦਾ। ਉਹ ਸੀਗਾ, ਉਹਦਾ ਪਰਿਵਾਰ ਦਿੱਲੀ ਰਹਿੰਦਾ ਸੀ। ਉਹ ਸਿੱਖ ਪਰਿਵਾਰ ਦਾ ਵੈਸੇ ਬੱਚਾ ਸੀ, ਕਿਉਂਕਿ ਦਿੱਲੀ ਮੈਟਰੋਪੋਲੀਟਨ ਵਿੱਚ ਪਲਿਆ ਬੜਿਆ ਹੋਇਆ ਸੀਗਾ, ਵੱਡੇ ਕਿਸੇ ਸਕੂਲ ਵਿੱਚ ਗਿਆ ਸੀ। ਉਹਦੀਆਂ ਆਦਤਾਂ ਵਿਗੜੀਆਂ। ਪੇਰੈਂਟਸ ਗੁਰਸਿੱਖ ਸੀ, ਹੈ ਨਾ, ਪਰ ਉਹ ਮੁੰਡੇ ਨੇ ਕੇਸ ਵੀ ਕੱਟੇ ਹੋਏ ਸੀ। ਅਤੇ ਦੂਸਰਾ ਇਹ ਹੈਗਾ ਵੀ ਉਹ ਸ਼ਰਾਬ ਵੀ ਪੀਂਦਾ ਸੀ ਅਤੇ ਡਰੱਗਸ ਵੀ ਲੈਂਦਾ ਸੀ, ਹੈ ਨਾ। ਉਹਦੇ ਕੋਲੇ ਕਹਿੰਦੇ ਵੀ ਭਾਈ ਹਰਜਿੰਦਰ ਸਿੰਘ ਜਿੰਦੇ ਉਹਨੇ ਜਾਂ ਹੋਰ ਜਿਹੜੇ ਟੌਪ ਦੀ ਲੀਡਰਸ਼ਿਪ ਆ, ਉਹਨਾਂ ਦੇ ਘਰ ਉਹ ਜਾਂਦੇ ਹੁੰਦੇ ਸੀ। ਅਤੇ ਫਿਰ ਪੁਲਿਸ ਨੂੰ ਪਤਾ ਲੱਗ ਗਿਆ। ਪੁਲਿਸ ਨੇ ਉਹਦੇ ਬਜ਼ੁਰਗ ਡੈਡੀ ਨੂੰ ਬਹੁਤ ਟੌਰਚਰ ਹੋਇਆ, ਹੈ ਨਾ। ਉਹ ਹਾਈਲੀ ਐਜੂਕੇਟਡ ਸੀਗਾ, ਕਿਸੇ ਵੱਡੇ ਜਿੱਦਾਂ ਅਹੁਦੇ ਤੋਂ ਰਿਟਾਇਰ ਹੋਇਆ ਸੀ। ਉਹ ਟੌਰਚਰ ਦੀ ਵਜ੍ਹਾ ਕਾਰਨ ਕੁਝ ਸਮੇਂ ਬਾਅਦ ਉਹ ਬਜ਼ੁਰਗ ਦੀ ਡੈਥ ਹੋ ਗਈ।
ਫਿਰ ਉਸ ਬੱਚੇ ਦੀ ਮਾਤਾ ਦੀ ਵੀ ਡੈਥ ਹੋ ਗਈ, ਉਹ ਵਿਯੋਗ 'ਚ ਹੀ ਨਾ ਬਾਅਦ ਮਤਲਬ ਕਿ ਪੂਰਾ ਪਰਿਵਾਰ ਖਤਮ ਹੋ ਗਿਆ ਉਹਨਾਂ ਦਾ। ਉਹਦਾ ਭਰਾ ਦਾ ਕੁਝ ਨਹੀਂ ਪਤਾ ਲੱਗਿਆ, ਮੇ ਵੀ ਉਹਨੂੰ ਵੀ ਪੁਲਿਸ ਨੇ ਚੁੱਕ ਕੇ ਕਤਲ ਕਰ ਦਿੱਤਾ ਹੋਵੇ, ਹੈ ਨਾ। ਜਾਣੀ ਉਹ ਇਕੱਲਾ ਹੀ ਰਹਿ ਗਿਆ, ਮਤਲਬ ਕਿ ਉਹਨਾਂ ਸਿੰਘਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਕਾਰਨ 'ਚ ਹੀ ਉਹ ਬੰਦਾ ਇਕੱਲਾ ਰਹਿ ਗਿਆ, ਬਾਕੀ ਸਾਰੇ ਜਿੱਦਾਂ ਮਾਰੇ ਗਏ, ਹੈ ਨਾ। ਹੁਣ ਉਹ ਬੰਦਾ ਦੇਖੋ ਸਿਗਰਟਾਂ ਵੀ ਪੀਂਦਾ, ਨਸ਼ੇ ਵੀ ਖਾਂਦਾ ਅਤੇ ਸ਼ਰਾਬ ਵੀ ਪੀਂਦਾ, ਔਰ ਕਹਿੰਦੇ ਵੀ ਇੱਕ ਹਿੰਦੂ ਲੜਕੀ ਨਾਲ ਉਹਦੀ ਮੈਰਿਜ ਉਹ ਕਰਾਉਣਾ ਚਾਹੁੰਦਾ ਸੀ ਵੀ, ਹੈ ਨਾ ਵੀ। ਪਰ ਸਾਰੇ ਜਿਹੜੇ ਟੌਪ ਦੇ ਹਰਜਿੰਦਰ ਸਿੰਘ ਜਿੰਦੇ ਉਹਨੇ, ਭਾਈ ਸੁਖਦੇਵ ਸਿੰਘ ਸੁੱਖੇ ਉਹਨੇ, ਜਰਨਲ ਲਾਭ ਸਿੰਘ ਉਹਨੇ, ਉਹਨਾਂ ਸਾਰਿਆਂ ਨੂੰ ਜਾਣਦਾ, ਉਹ ਸਾਰਿਆਂ ਨੂੰ ਪਹਿਚਾਣਦਾ, ਅਤੇ ਕਿਸੇ ਮੌਕੇ 'ਤੇ ਆ ਕੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਉਹਨੇ ਦੇਖੋ ਇੰਨਾ ਟੌਰਚਰ ਸਹਿਆ ਉਸ ਬੰਦੇ ਨੇ, ਹਾਲਾਂਕਿ ਕੋਈ ਅੰਮ੍ਰਿਤ ਨਹੀਂ ਛਕਿਆ, ਕੋਈ ਪਾਠ ਨਹੀਂ ਕਰਦਾ, ਕੁਛ ਨਹੀਂ, ਬਿਲਕੁਲ ਸਿਰੇ ਦਾ ਜਿੱਦਾਂ ਆਪਾਂ ਕਹਿੰਦੇ ਵੀ ਵੈਲੀ ਆ ਬੰਦਾ, ਹੈ ਨਾ। ਪਰ ਉਹ ਕਹਿੰਦਾ ਵੀ ਉਹਨੇ ਕਿਸੇ ਇੱਕ ਸਿੰਘ ਦਾ ਵੀ ਨੁਕਸਾਨ ਨਹੀਂ ਕਰਾਇਆ, ਕਿਸੇ ਇੱਕ ਬਾਰੇ ਵੀ ਸੂਹ ਨਹੀਂ ਦਿੱਤੀ। ਮੇਰੇ ਖਿਆਲ 2-3 ਸਾਲ ਪੁਲਿਸ ਨੇ ਉਹਨੂੰ ਇਲੀਗਲ ਕਸਟਡੀ 'ਚ ਰੱਖਿਆ, ਛੋਟਾ ਟਾਈਮ ਨਹੀਂ ਵੀ ਮਹੀਨਾ 1.5 ਮਹੀਨਾ ਰੱਖਿਆ, 2-3 ਸਾਲ। ਔਰ ਜਿੰਨੇ ਵੀ ਵੱਡੇ ਟੌਰਚਰ ਸੈਂਟਰ ਆ ਇੰਡੀਆ ਦੇ ਉੱਥੇ ਰੱਖਿਆ ਗਿਆ ਉਹਨੂੰ, ਜਿੰਨਾ ਕੁ ਵੀ ਟੌਰਚਰ ਹੋ ਸਕਦਾ ਸੀ ਉਹ ਬੰਦੇ ਨੂੰ ਕਰਿਆ। ਉਹ ਕਹਿੰਦਾ ਵੀ ਉਹ ਬੰਦੇ ਨੇ ਮਤਲਬ ਕਿ ਕੋਈ ਵੀ ਕਿਸੇ ਦਾ ਵੀ ਨੁਕਸਾਨ ਨਹੀਂ ਕਰਿਆ। ਹੁਣ ਇਹੋ ਜਿਹੇ ਕਰੈਕਟਰਸ ਬਾਰੇ ਸਾਨੂੰ ਬਿਲਕੁਲ ਹੀ ਨਹੀਂ ਪਤਾ ਕੋਈ, ਹੈ ਵੀ ਇੰਨੇ ਬੰਦੇ ਦਲੇਰ ਵੀ ਹੋਏ ਨੇ ਜਿਹੜੇ ਸੋਸ਼ਲੀ ਨਾ ਸਿੱਖੀ ਨਾਲ ਉਹਨਾਂ ਦਾ ਕੋਈ ਸੰਬੰਧ ਹੈ, ਨਾ ਉਹ ਪਾਠ ਕਰਦੇ ਨੇ, ਨਾ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਹੈ ਨਾ। ਮਤਲਬ ਕਿ ਪਰ ਉਹ ਦਲੇਰੀ ਦਾ ਔਰ ਸੂਰਮਗਤੀ ਦੀ ਐਡੀ ਵੱਡੀ ਕਹਾਣੀ ਲਿਖ ਕੇ ਚਲੇ ਗਏ ਆ ਵੀ ਜਿਹੜੀ ਮਤਲਬ ਕਿ ਸਾਡੇ ਇਤਿਹਾਸ ਦਾ ਇੱਕ ਪੰਨਾ, ਜੇ ਹੁਣ ਇਸ ਕਿਤਾਬ ਵਿੱਚ ਨਾ ਆਉਂਦੀ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਸੀ ਪਤਾ ਲੱਗਣਾ। ਇੱਕ ਇਹਨਾਂ ਨੇ ਹੋਰ ਕਹਾਣੀ ਦੱਸੀ ਹੈਗੀ ਆ ਵੀ ਜਦੋਂ ਜੂਨ 1984 ਦੀ ਸਟਰਗਲ 'ਚ ਉਹ ਚੱਲ ਰਿਹਾ ਸੀ, ਜਦੋਂ ਫੌਜ ਦੀਆਂ ਗੋਲੀਆਂ ਚੱਲ ਰਹੀਆਂ ਸੀ, ਸਾਰਾ ਮੁਕਾਬਲਾ ਹੋ ਰਿਹਾ ਸੀ, ਉੱਥੇ ਕਹਿੰਦੇ ਵੀ ਇੱਕ ਸਿੰਘ ਨੇ ਉਹਨਾਂ ਨੂੰ ਬਾਅਦ 'ਚੋਂ ਦੱਸੀ, ਅਤੇ ਉੱਥੇ ਕਹਿੰਦੇ 14-15 ਸਾਲ ਦਾ ਇੱਕ ਬੱਚਾ ਸੀ, ਹੈ ਨਾ, ਅਤੇ ਉਹਨੇ ਚੋਲਾ ਪਾਇਆ ਹੋਇਆ ਸੀ, ਉਹ ਪੰਜਾਬ ਦਾ ਨਹੀਂ ਸੀ, ਉਹਦੀ ਬੋਲੀ ਤੋਂ ਲੱਗਦਾ ਸੀ ਵੀ ਉਹ ਦਿੱਲੀ ਜਾਂ ਬੋਂਬੇ ਵੱਲ ਦਾ ਸੀ, ਕੋਈ ਆਇਆ ਦਰਸ਼ਨ ਕਰਨ ਆਇਆ ਹੋਣਾ ਕਿਸੇ ਪਰਿਵਾਰ ਦਾ ਕਿੱਦਾਂ। ਕਹਿੰਦੇ ਉਹਨੂੰ ਅਸੀਂ ਬਹੁਤ ਕਿਹਾ ਵੀ ਤੂੰ ਜਾ, ਵੀ ਚੱਲਿਆ ਜਾ, ਵੀ ਹੁਣ ਜੰਗ ਲੱਗਣੀ ਆ, ਵੀ ਬਹੁਤ ਗੋਲੀਬਾਰੀ ਹੋਣੀ। ਉਹ ਗਿਆ ਨਹੀਂ, ਉਹ ਕਹਿੰਦਾ ਵੀ ਨਹੀਂ ਜੀ ਮੈਂ ਨਹੀਂ ਜਾਣਾ, ਹੈ ਨਾ, ਵੀ ਮੈਂ ਤਾਂ ਇੱਥੇ ਤੁਹਾਡੇ ਨਾਲ ਹੀ ਸੇਵਾ ਕਰੂੰ। ਪਹਿਲਾਂ ਉਹ ਜਿੱਦਾਂ ਮੋਰਚਿਆਂ ਵਿੱਚ ਪਾਣੀ ਪਿਲਾਉਂਦਾ ਰਿਹਾ, ਸਾਰੇ ਸਿੰਘਾਂ ਨੂੰ ਗਰਮੀ ਬਹੁਤ ਸੀ, ਲਗਾਤਾਰ ਨੱਟ ਕੇ ਇੱਕ ਮੋਰਚੇ 'ਚੋਂ ਦੂਜੇ ਬਾਲਟੀ ਲੈ ਕੇ ਪਾਣੀ ਪਿਲਾਉਂਦਾ ਰਿਹਾ, ਕਾਫੀ ਕੁਛ ਇੱਦਾਂ ਕਰਦਾ ਰਿਹਾ, ਸਾਰਿਆਂ ਦੀ ਸੇਵਾ ਕਰੀ ਉਹਨੇ, ਮਤਲਬ ਕਿ ਗਿਆ ਨਹੀਂ। ਬੜਾ ਲੋਕਾਂ ਨੇ ਕਿਹਾ ਵੀ ਜਾ ਤੂੰ, ਵੀ ਤੇਰੇ ਬੱਚਿਆਂ ਦਾ ਕੰਮ ਨਹੀਂ, ਉਹ ਕਹਿੰਦਾ ਨਹੀਂ ਮੈਂ ਨਹੀਂ ਜਾਂਦਾ। ਅਤੇ ਫਿਰ ਹੋਇਆ ਵੀ ਜਦੋਂ ਮੋਰਚੇ ਜਿੱਦਾਂ ਕਾਫੀ ਸਿੰਘਾਂ ਦਾ ਨੁਕਸਾਨ ਹੋਣ ਲੱਗ ਗਿਆ, ਮੋਰਚੇ ਥੋੜ੍ਹੇ ਰਹਿ ਗਏ, 5-4 ਮੋਰਚੇ ਰਹਿ ਗਏ, ਉਹਨਾਂ ਵਿੱਚੋਂ ਫਿਰ ਇੱਕ ਮੋਰਚੇ 'ਤੇ ਆ ਕੇ ਜਿਹੜੇ ਸਿੰਘ ਨੇ ਫਿਰ ਇਹਨਾਂ ਨੂੰ ਗੱਲ ਦੱਸੀ ਵੀ ਉਹ ਮੋਰਚੇ 'ਤੇ ਆ ਕੇ ਉਹ ਜਿੱਦਾਂ ਬੰਦੂਕ ਦੇ ਮੈਗਜ਼ੀਨ ਗੋਲੀਆਂ ਭਰਨ ਲੱਗ ਗਿਆ। ਉਹ ਕਹਿੰਦਾ ਉਹ ਕਹਿੰਦਾ ਵੀ ਉਹ ਸਿੰਘ ਨੇ ਦੱਸਿਆ ਵੀ ਇੰਨੀ ਤੇਜ਼ ਗੋਲੀਬਾਰੀ ਹੋ ਰਹੀ ਸੀ ਵੀ ਮੈਂ ਕਦੀ ਉਹਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ। ਜਦੋਂ ਉਹ ਜੰਗ ਚੱਲ ਰਹੀ ਸੀ ਨਾ, ਉਹ ਮੈਨੂੰ ਐਦਾਂ ਹੱਥ ਤੋਂ ਫੜਾਈ ਜਾਂਦਾ ਸੀ ਮੈਗਜ਼ੀਨ ਕੱਢ ਕੇ, ਮੈਂ ਆਪਣੀ ਬੰਦੂਕ ਚਲਾਉਂਦਾ ਸੀ ਅਤੇ ਚਲਾਈ ਜਾਂਦਾ ਸੀ। ਬਸ ਇੱਕ ਸਾਡਾ ਸਾਈਕਲ ਚੱਲਿਆ ਹੋਇਆ ਸੀ ਵੀ ਉਹ ਪਿੱਛੋਂ ਆ ਜਾਂਦਾ ਸੀ, ਮੈਂ ਫੜ ਕੇ ਲਾਇਆ ਅਤੇ ਉਹ ਚਲਾਤੀਆਂ ਗੋਲੀਆਂ, ਚੱਲ ਗਈਆਂ, ਆਈ ਜਾਂਦੀਆਂ ਸੀ। ਕਾਫੀ ਜਿੱਦਾਂ 2-3 ਘੰਟੇ ਕਹਿੰਦਾ ਵੀ ਇਸ ਤਰ੍ਹਾਂ ਲਗਾਤਾਰ ਹੀ ਚੱਲੇ ਗਿਆ, ਕਿਉਂਕਿ ਸਾਡੀ ਰਵਾਨਗੀ ਉਹ ਹੋ ਗਈ ਸੀ ਵੀ ਉਹ ਪਿੱਛੋਂ ਫੜਾਈ ਜਾਂਦਾ ਸੀ। ਅਤੇ ਫਿਰ ਕਹਿੰਦਾ ਵੀ ਅੰਤ 'ਚ ਆ ਕੇ ਇੱਕ ਮੈਂ ਦੇਖਿਆ ਵੀ ਉਹਦੀ ਬਾਂਹ ਅੱਗੇ ਨਹੀਂ ਆਈ ਮੈਨੂੰ ਫੜਾਉਣ ਲਈ, ਵੀ ਉਹਨੇ ਜਿਹੜੇ ਮੈਗਜ਼ੀਨ ਉਹਨਾਂ ਨੇ ਬੰਦੂਕ ਦਾ ਫੜਾਉਣਾ ਸੀ ਨਾ, ਉਹ ਆਇਆ ਨਹੀਂ। ਅਤੇ ਮੈਨੂੰ ਲੱਗਿਆ ਵੀ ਕੁਛ ਹੋਇਆ ਜਿੱਦਾਂ। ਕਹਿੰਦਾ ਵੀ ਮੈਂ ਪਿੱਛੇ ਮੁੜ ਕੇ ਦੇਖਿਆ ਉਹਦੇ ਸਿਰ 'ਚ ਗੋਲੀ ਲੱਗੀ ਹੋਈ ਸੀ ਅਤੇ ਉੱਦਾਂ ਹੀ ਥੰਮਲੇ ਨਾਲ ਹੀ ਪਿਆ ਸੀ। ਹੁਣ ਮਤਲਬ ਕਿ ਉਹ ਅਨਸੰਗ ਹੀਰੋ ਆ, ਕਿਸੇ ਨੂੰ ਨਹੀਂ ਪਤਾ, ਉਹਨਾਂ ਨੂੰ ਵੀ ਨਹੀਂ ਪਤਾ ਜਿਹੜੇ ਉੱਥੇ ਜੰਗ ਵਿੱਚ ਸੀਗੇ ਬੰਦੇ ਨਾ, ਵੀ ਉਹ ਕਿੱਥੋਂ ਆਇਆ, ਕਿਹੜੇ ਮਾਂ-ਬਾਪ ਦਾ ਸੀਗਾ, ਕੌਣ ਉਹਦੇ ਮਾਂ-ਪਿਓ ਨੇ, ਕਿੱਥੋਂ ਰਹਿੰਦਾ ਸੀ, ਕਿਸੇ ਨੂੰ ਮਤਲਬ ਕਿ ਹੀ ਵਾਸ ਦੀ ਅਨਸੰਗ ਹੀਰੋ ਆਫ ਬੈਟਲ ਆਫ 1984। ਸੋ ਇਸ ਤਰ੍ਹਾਂ ਦੇ ਜਿਹੜੇ ਕਰੈਕਟਰ ਆ ਜਿਹੜੇ ਹੋਏ ਨੇ। ਫਿਰ ਇੱਕ ਹੋਰ ਕਹਾਣੀ ਆਉਂਦੀ ਆ ਜਿੱਥੋਂ ਇਹ ਫੜੇ ਗਏ ਨਾ ਭਾਈ ਦਲਜੀਤ ਸਿੰਘ ਉਹਨੀ, ਰੋਪੜ ਜ਼ਿਲ੍ਹੇ 'ਚੋਂ ਨਾ, ਬਹੁਤ ਹੀ ਇਕਾਂਤ ਜਿਹਾ ਇਲਾਕਾ, ਬੜਾ ਆਈਸੋਲੇਟਡ ਏਰੀਆ ਉਹ ਜਿੱਥੋਂ ਇਹ ਫੜੇ ਗਏ। ਉੱਥੇ ਕੋਈ ਮਤਲਬ ਕਿ ਪੂਰੀ ਜੰਗ ਦੇ ਦੌਰਾਨ ਕਦੀ ਨਹੀਂ ਸੀ ਲੱਗਦਾ ਵੀ ਇੱਥੇ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਉੱਥੇ ਲੜਾਈ ਹੋ ਰਹੀ ਹੈ ਪੰਜਾਬ 'ਚ ਨਾ। ਉੱਥੇ ਕਹਿੰਦੇ ਉੱਥੇ ਸਾਡੇ ਨਦੀ ਵਗਦੀ ਆ, ਨਦੀ ਦੇ ਕਿਨਾਰੇ 4 ਬੰਦੇ ਆ ਜਿਹੜੇ ਪੁਲਿਸ ਨੇ ਮਾਰੇ ਆ, ਕਿ ਪਤਾ ਨਹੀਂ ਕਿੱਥੋਂ ਫੜ ਕੇ ਲਿਆਏ। ਫਿਰ ਜਦੋਂ ਕਹਿੰਦੇ ਮੈਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਰੋਪੜ ਪੁਲਿਸ ਵਾਲਿਆਂ ਨੇ ਦੱਸਿਆ ਵੀ ਅਸੀਂ 4 ਬੰਦੇ ਲਿਆਂਦੇ ਸੀ। ਇੱਕ ਬਜ਼ੁਰਗ ਸੀ 60 ਕੁ ਸਾਲ ਦਾ, ਇੱਕ ਇਹ ਤੋਂ ਛੋਟਾ ਸੀਗਾ 45 ਕੁ ਸਾਲ ਦਾ, ਜਿੱਦਾਂ ਨਾ ਚਾਰਾਂ ਦਾ ਤੁਸੀਂ ਏਜ ਦਾ ਪੈਟਰਨ ਵੀ ਦੇਖੋ, ਇੱਕ 60 ਸਾਲ ਦਾ ਬਜ਼ੁਰਗ ਹੈ, ਇੱਕ 40-45 ਸਾਲ ਦਾ ਬੰਦਾ, ਇੱਕ ਨੌਜਵਾਨ 24-25 ਸਾਲ ਦਾ, ਅਤੇ ਇੱਕ ਬੱਚਾ ਹੈ 16 ਸਾਲ ਦਾ। ਚਾਰੋਂ ਬੰਦੇ ਫੜ ਕੇ ਲਿਆਂਦੇ ਨੇ ਵੱਖ-ਵੱਖ ਥਾਵਾਂ ਤੋਂ। ਉਹਨਾਂ 'ਤੇ ਬਹੁਤ ਜ਼ਿਆਦਾ ਟੌਰਚਰ ਹੁੰਦਾ, ਉਹਨਾਂ ਨੂੰ ਜਿਸ ਤਰ੍ਹਾਂ ਡੈਥ ਟੌਰਚਰ ਹੀ ਕਰਦੇ, ਜੋ ਕੁਛ ਵੀ ਹੈ ਬਹੁਤ ਕੁੱਟਮਾਰ, ਜਿੱਦਾਂ ਹਾਈਲੀ ਕਰੰਟ ਵਗੈਰਾ ਲਾਉਂਦੇ ਆ, ਸਾਰਾ ਕੁਛ ਹੈ ਜਿਹੜਾ ਕਰਦੇ ਆ। ਫਿਰ ਉਹ ਚਾਰਾਂ ਦਾ ਸਪੈਸੀਫਾਈ ਕਰਦੇ ਆ ਵੀ ਉਹ ਚਾਰੇ ਸਹਿੰਦੇ ਆ ਸਾਰਾ ਕੁਛ ਜੁਰਮ। ਜਿਹੜਾ ਛੋਟਾ ਬੱਚਾ, ਉਹ ਹੁਣ ਬੱਚਾ ਸੀ, ਹੈ ਨਾ, ਮਤਲਬ ਕਿ ਉਹ ਇੱਕ ਤਰ੍ਹਾਂ ਨਾਲ ਆਪਣੇ ਪੇਰੈਂਟਸ ਨੂੰ ਯਾਦ ਕਰਦਾ
ਹੈ ਨਾ, ਵੀ ਹਾਂ ਉਹ ਕਹਿੰਦਾ ਵੀ ਯਾਰ ਮੈਨੂੰ ਤਾਂ ਛੱਡ ਦਿਓ ਨਾ, ਵੀ ਮੈਂ ਤਾਂ ਕੁਛ ਨਹੀਂ ਕਰਿਆ ਹੈ ਨਾ, ਵੀ ਮੇਰਾ ਤਾਂ ਕਹਿੰਦੇ ਮੇਰੀ ਭੈਣ ਮਰ ਜਾਊਗੀ ਮੇਰੇ ਤੋਂ ਬਿਨਾਂ, ਜਾਂ ਮੇਰੀ ਮਾਂ ਮਰ ਜਾਊਗੀ। ਔਰ ਫਿਰ ਕਹਿੰਦਾ ਯਾਰ ਮੇਰਾ ਇੱਕ ਕੁੱਤਾ ਵੀ ਆ, ਮੇਰੇ ਕੁੱਤੇ ਨੇ ਵੀ ਮਰ ਜਾਣਾ, ਮੇਰਾ ਕੁੱਤਾ ਮੈਨੂੰ ਬਹੁਤ ਪਿਆਰ ਕਰਦਾ। ਹੁਣ ਜਿੱਦਾਂ ਦੀਆਂ ਬੱਚੇ ਦੀ ਮੈਂਟੈਲਿਟੀ ਆ ਹੈ ਨਾ, ਅਤੇ ਜਿਹੜਾ ਉਹਨਾਂ 'ਚੋਂ ਯੰਗ ਆ 25 ਸਾਲ ਦਾ, ਉਹਦੇ 'ਚ ਦੱਸਦਾ ਵੀ ਉਹ ਇੰਨਾ ਜ਼ਿਆਦਾ ਗੁਰੂ ਦੀ ਲਿਵ ਨਾਲ ਜਿਸ ਤਰ੍ਹਾਂ ਜੁੜਿਆ ਵੀ ਉਹ ਟੌਰਚਰ ਕਰਨ ਵਾਲਿਆਂ ਨੂੰ ਰਿਬਾਊਂਸ ਹੁੰਦਾ, ਵੀ ਉਹਨਾਂ ਦਾ ਮੁਕਾਬਲਾ ਕਰਦਾ। ਹਾਲਾਂਕਿ ਉਹਦੇ ਹੱਥ ਬੰਨੇ ਹੋਏ ਨੇ, ਪੈਰ ਬੰਨੇ ਹੋਏ ਨੇ, ਲਗਾਤਾਰ ਉਹ ਸਟਰਗਲ ਕਰਦਾ ਉਹਨਾਂ ਨਾਲ, ਉਹਨਾਂ ਦੀ ਈਨ ਨਹੀਂ ਮੰਨਦਾ ਹੈ ਨਾ, ਇੰਨਾ ਜ਼ਿਆਦਾ ਜ਼ੁਲਮ ਸਹਿੰਦਾ ਉਹ, ਪਰ ਉਹ ਡਟਦਾ, ਮਤਲਬ ਕਿ ਰੋਂਦਾ ਨਹੀਂ, ਮਤਲਬ ਕਿ ਨਾ ਵੀ ਉਹਨਾਂ ਦੇ ਨਾਲ ਸਾਹਮਣੇ ਉਹਨਾਂ ਨੂੰ ਗਾਲਾਂ ਕੱਢਦਾ ਜਾਂ ਇਹ ਕਰਦਾ ਵੀ ਆਓ ਤੁਹਾਨੂੰ ਦੇਖਾਂ, ਮਤਲਬ ਕਿ ਮੇਰੇ ਹੱਥ ਖੋਲ੍ਹ ਕੇ ਦੇਖੋ, ਦੱਸੋ ਹੈ ਨਾ, ਵੀ ਮੈਂ ਤੁਹਾਡਾ ਮੁਕਾਬਲਾ ਕਰ ਸਕਦਾ। ਇੰਨਾ ਟੌਰਚਰ ਸਹਿਣ ਦੇ ਬਾਵਜੂਦ ਵੀ ਬੰਦਾ ਖੜਿਆ ਰਹਿੰਦਾ। ਜਿਹੜੇ ਅਗਲੇ 2 ਬਜ਼ੁਰਗ ਨੇ ਉਹਨਾਂ 'ਤੇ ਵੀ ਟੌਰਚਰ ਹੁੰਦਾ, ਉਹਨਾਂ ਦੀ ਆਪਣੀ ਆਪਣੀ ਸੈਂਸਿਟੀਵਿਟੀ ਹੈ, ਵੀ ਜਿਹੜਾ ਬਹੁਤਾ ਬਜ਼ੁਰਗ ਹੈ ਉਹ ਟੌਰਚਰ ਸਹਿ ਕੇ ਮਤਲਬ ਕਿ ਇੱਕ ਤਰ੍ਹਾਂ ਫਿਰ ਉਹ ਬੇਹੋਸ਼ ਹੋ ਜਾਂਦਾ। ਦੂਜਾ ਬਜ਼ੁਰਗ ਵੀ ਫਿਰ ਉਹਨਾਂ ਚਾਰਾਂ ਨੂੰ ਝੂਠਾ ਪੁਲਿਸ ਮੁਕਾਬਲਾ ਬਣਾਉਣ ਲਈ ਕਿਸੇ ਨਦੀ ਦੇ ਕੰਢੇ ਲੈ ਕੇ ਜਾਂਦੇ ਹਨ। ਅਤੇ ਉਹ ਬੱਚਾ ਵੀ ਉਹ ਦੱਸਿਆ ਵੀ ਕਿਹੜੇ ਕਿਹੜੇ ਦੇ ਕੀ ਭਾਵ ਨੇ, ਬੱਚੇ ਦੇ ਕੀ ਭਾਵ ਨੇ, ਨੌਜਵਾਨ ਦੇ ਕੀ ਭਾਵ ਨੇ, ਉਹਨਾਂ ਬਜ਼ੁਰਗਾਂ ਦੇ ਕੀ ਭਾਵ ਨੇ। ਫਿਰ ਜਦੋਂ ਨਦੀ 'ਤੇ ਪਹੁੰਚ ਜਾਂਦੇ ਆ ਤਾਂ ਉਹ ਪੁਲਿਸ ਵਾਲੇ ਕਹਿੰਦੇ ਵੀ ਭੱਜ ਲਓ ਜੇ ਭੱਜ ਹੁੰਦਾ। ਸੋ ਜਿਹੜਾ 45 ਕੁ ਸਾਲਾਂ ਦਾ ਬੰਦਾ ਸੀ ਪਹਿਲਾਂ ਉਹ ਭੱਜਿਆ ਵੀ ਦੇਖਾਂ ਵੀ ਸ਼ਾਇਦ ਬਚਾਅ ਹੋ ਜੇ, ਥੋੜ੍ਹੀ ਦੂਰ ਹੀ ਭੱਜਿਆ, ਉਹਨਾਂ ਨੇ ਪਿੱਛੋਂ ਗੋਲੀਆਂ ਮਾਰੀਆਂ ਅਤੇ ਉਹਨੂੰ ਮਾਰ ਦਿੱਤਾ। ਜਿਹੜਾ ਬਜ਼ੁਰਗ ਸੀ ਉਹ ਵਿਚਾਰਾ ਜਿਸ ਤਰ੍ਹਾਂ ਉਹਦੀ ਏਜ ਫੈਕਟਰ ਕਰਕੇ ਉਹ ਨਹੀਂ ਭੱਜਿਆ ਹੈ ਨਾ, ਵੀ ਉੱਥੇ ਹੀ ਬੈਠ ਹੀ ਗਿਆ ਧਰਤੀ 'ਤੇ, ਵੀ ਮੈਂ ਨਹੀਂ ਭੱਜਦਾ ਹੈ ਨਾ, ਵੀ ਠੀਕ ਆ ਵੀ ਜੋ ਹੋਣਾ ਹੁਣ ਤੁਸੀਂ। ਫਿਰ ਉਹਨੂੰ ਉੱਥੇ ਬਜ਼ੁਰਗ ਨੂੰ ਜਿਹੜੀ ਉੱਥੇ ਗੋਲੀ ਮਾਰ ਦਿੱਤੀ ਗਈ। ਜਿਹੜਾ ਉਹ ਨੌਜਵਾਨ ਸੀ, ਨੌਜਵਾਨ ਦੀਆਂ ਹੱਥ ਜਿਹੜੇ ਪਿੱਛੇ ਬੰਨੇ ਹੋਏ ਸੀ, ਨੌਜਵਾਨ ਨੇ ਬਹੁਤ ਸਟਰਗਲ ਕਰੀ ਉੱਥੇ, ਉਹਨਾਂ ਨੂੰ ਦਹਾੜਿਆ ਵੀ ਤੁਸੀਂ ਝੂਠਾ ਨਾ ਬੋਲ, ਮੁਕਾਬਲਾ ਬਣਾਓ, ਮੇਰੇ ਨਾਲ 2-2 ਹੱਥ ਕਰੋ, ਮੈਂ ਦੱਸਾਂ ਤੁਹਾਨੂੰ ਵੀ ਸਿੱਖੀ ਕੀ ਹੁੰਦੀ ਆ। ਵੀ ਉਹ ਪੂਰੀ ਤਰ੍ਹਾਂ ਜਿੱਦਾਂ ਸਿੱਖੀ ਦੇ ਜਜ਼ਬੇ ਨੂੰ ਪ੍ਰਣਾਇਆ ਹੋਇਆ ਸੀ ਵੀ ਆ ਜਾਓ ਹੈ ਨਾ, ਵੀ ਤੁਸੀਂ ਜੇ ਸੂਰਮੇ ਹੋ ਤਾਂ ਮੇਰੇ ਨਾਲ ਸਾਹਮਣਾ ਹਿੱਕ ਡਾਹ ਕੇ ਮੇਰੇ ਨਾਲ ਜੰਗ ਲੜੋ ਹੈ ਨਾ। ਉਹ ਬੰਦਾ ਫਿਰ ਦੱਸਿਓ ਵੀ ਬਹੁਤ ਦੇਰ ਉਹਨੇ ਗਾਲਾਂ ਵੀ ਕੱਢੀਆਂ ਬਹੁਤ ਸਾਰੀਆਂ ਨਾ ਪੁਲਿਸ ਵਾਲਿਆਂ ਨੂੰ, ਅਤੇ ਪਿੰਡ ਵਾਲਿਆਂ ਨੇ ਸੁਣੀਆਂ ਵੀ ਉਹ ਗਾਲਾਂ ਹੈ ਨਾ, ਪਿੰਡ ਵਾਲੇ ਬਾਅਦ 'ਚੋਂ ਜਿਸ ਤਰ੍ਹਾਂ ਦੱਸਦੇ ਸੀ। ਅਤੇ ਫਿਰ ਅੰਤ ਨੂੰ ਉਹ ਕਹਿੰਦੇ ਵੀ ਉਹ ਥਾਣੇਦਾਰ ਨੇ ਦੱਸਿਆ ਫਿਰ ਇਹਨਾਂ ਨੂੰ ਵੀ ਅੰਤ ਨੂੰ ਆ ਕੇ ਜਿਸ ਤਰ੍ਹਾਂ ਵੀ ਉਹਦੇ ਮੂੰਹ ਵਿੱਚ ਉਹਨਾਂ ਨੇ ਪਿਸਤੌਲ ਪਾ ਕੇ ਅਤੇ ਉਹਨੂੰ ਮਾਰ ਦਿੱਤਾ। ਜਾਣੀ ਉਹ ਐਂ ਪੂਰੀ ਤਰ੍ਹਾਂ ਜੂਝ ਕੇ ਮਰਿਆ। ਜਿਹੜਾ ਛੋਟਾ ਬੱਚਾ ਸੀ ਉਹ ਕਹਿੰਦਾ ਵੀ ਦਹਿਲ ਦਾ ਮਾਰਾ ਹੀ ਉੱਥੇ ਹੀ ਉਹਦਾ ਅੰਤ ਹੋ ਗਿਆ। ਸੋ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ, ਹੁਣ ਕਿਸੇ ਨੂੰ ਕੁਛ ਨਹੀਂ ਪਤਾ ਵੀ ਉਹ ਕਿੱਥੋਂ ਆਏ, ਕਿਹੜੇ ਘਰਾਂ 'ਚੋਂ, ਬਜ਼ੁਰਗ ਕਿਹਦਾ ਪਿਓ ਸੀ, ਬਾਕੀ ਜਿਹੜਾ ਦੂਸਰਾ ਬੰਦਾ ਸੀ ਉਹ ਕਿਹਦਾ ਪਿਓ ਸੀ, ਉਹ ਨੌਜਵਾਨ ਕਿਹਦਾ ਇੱਕ ਹੋਣਹਾਰ ਪੁੱਤਰ ਸੀ, ਛੋਟਾ ਬੱਚਾ ਕਿਹਦਾ ਹੋਣਹਾਰ ਪੁੱਤਰ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਅਨਸੰਗ ਹੀਰੋਜ਼ ਆ ਉਹਦੇ 'ਚੋਂ ਹੈ ਨਾ। ਹੁਣ ਅਗਲੀ ਜਿਹੜੀ ਗੱਲ ਇਹਦੇ 'ਚੋਂ ਆਉਂਦੀ ਇਹ ਹੈਗੀ ਵੀ ਅਨਸੰਗ ਹੀਰੋਜ਼ ਜਿਹੜੇ ਇਸ ਵਾਰ ਦੇ ਹੋਏ ਨੇ, ਮਤਲਬ ਕਿ ਇਹ ਕੁਛ ਘਟਨਾਵਾਂ ਨੇ, ਇਹਦੇ 'ਚ ਬਹੁਤ ਸਾਰੀਆਂ ਘਟਨਾਵਾਂ ਆਉਣਗੀਆਂ। ਹੁਣ ਦੂਜੀ ਗੱਲ ਇਹ ਆਉਂਦੀ ਹੈਗੀ ਆ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਮੈਂ ਪਹਿਲਾਂ ਕਹੀ ਸੀ ਵੀ ਜਦੋਂ ਜੰਗ ਲੜਦੇ ਆ ਨਾ, ਜਿਹੜੀ ਫੌਜ ਹੁੰਦੀ ਆ ਦੋਵਾਂ ਪਾਸਿਆਂ ਤੋਂ, ਜਿਹੜੀ ਫੌਜ ਹੁੰਦੀ ਆ ਉਹ ਬਹੁਤ ਹਾਰਸ਼ ਹੋ ਜਾਂਦੀ ਆ। ਉਹਦੇ ਵਿੱਚ ਮਨੁੱਖੀ ਕਦਰਾਂ ਕੀਮਤਾਂ ਨਹੀਂ ਰਹਿੰਦੀਆਂ, ਉਹਦੇ ਵਿੱਚ ਸੈਂਸਿਟੀਵਿਟੀਜ਼ ਨਹੀਂ ਰਹਿੰਦੀਆਂ ਹੈਗੀਆਂ। ਉਹ ਕਿਉਂਕਿ ਜੰਗ ਦਾ ਇੱਕ ਤਰ੍ਹਾਂ ਦਾ ਲੌਜਿਕ ਹੀ ਇਸ ਤਰ੍ਹਾਂ ਦਾ ਹੁੰਦਾ ਵੀ ਤੁਸੀਂ ਸੈਂਸਿਟਿਵ ਹੋ ਹੀ ਨਹੀਂ ਸਕਦੇ, ਜੰਗ ਸੈਂਸਿਟਿਵ ਹੋ ਕੇ ਨਹੀਂ ਲੜੀ ਜਾ ਸਕਦੀ, ਆਮ ਤੌਰ 'ਤੇ ਇਹ ਆਖਿਆ ਜਾਂਦਾ। ਪਰ ਇਹਦੇ 'ਚੋਂ ਕੁਛ ਘਟਨਾਵਾਂ ਇਸ ਤਰ੍ਹਾਂ ਆਈਆਂ ਨੇ ਕਿਤਾਬ 'ਚੋਂ ਨਾ, ਉਹ ਦੱਸਦੀ ਆ ਵੀ ਜਿਹੜੀ ਟੌਪ ਲੀਡਰਸ਼ਿਪ ਸੀ ਸਾਰੀ, ਉਹ ਕਿਸੇ ਇੱਕ ਵਾਰਦਾਤ ਵਿੱਚ ਲੁਧਿਆਣੇ ਨਾ ਵੀ ਉਹ ਇਨਵੋਲਡ ਸੀ, ਅਤੇ ਬੈਂਕ ਦੇ ਬਾਹਰ ਖੜ੍ਹੇ ਸੀਗੇ ਨਾ, ਆਲੇ ਦੁਆਲੇ ਪੁਲਿਸ ਖੜ੍ਹੀ ਆ, ਉਹ ਕੋਈ ਬੈਂਕ ਓਪਰੇਟ ਕਰ ਰਹੇ ਨੇ। ਉੱਥੇ ਕਿਸੇ ਨਾ ਕਿਸੇ ਨੂੰ ਸ਼ੱਕ ਪੈ ਗਿਆ ਵੀ ਬੈਂਕ 'ਚ ਕੋਈ ਗੜਬੜ ਹੋ ਰਹੀ ਆ। ਉੱਥੇ ਜਿਹੜੇ 4 ਬੰਦੇ ਬਾਹਰ ਖੜ੍ਹੇ ਆ, ਉਹਨਾਂ ਨੂੰ ਇੱਕ ਬੰਦਾ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਨਾਲ ਦਾ ਇੱਕ ਹੋਰ ਸਿੰਘ ਆ ਭਾਈ ਮਥੁਰਾ ਸਿੰਘ, ਉਹ ਉਹਨਾਂ ਨੂੰ ਓਪਰੇਟ ਕਰ ਰਿਹਾ ਨਾ। ਉਹਨਾਂ ਨੂੰ ਉਹਨੇ ਕਿਹਾ, ਮਤਲਬ ਕਿ ਥੋੜ੍ਹਾ ਜਿਹਾ ਆਪਣੇ ਨਾ ਕੋਟ 'ਚੋਂ ਉਹਨੇ ਜਿਸ ਤਰ੍ਹਾਂ ਪਿਸਤੌਲ ਕੱਢ ਕੇ ਦਿਖਾਇਆ ਵੀ ਤੁਸੀਂ ਜਿਸ ਤਰ੍ਹਾਂ ਗੱਲਾਂ ਕਰਦੇ ਹੋ ਨਾ ਇਸ ਤਰ੍ਹਾਂ ਹੀ ਕਰਦੇ ਰਹੋ, ਤੁਸੀਂ ਕੋਈ ਜਿਹੜਾ ਇਸ ਤਰ੍ਹਾਂ ਦਾ ਹੋਰ ਕੋਈ ਰਿਐਕਸ਼ਨ ਨਹੀਂ ਕਰਨਾ। ਆਮ ਲੋਕਾਂ ਨੂੰ ਲੱਗੇ ਵੀ ਤੁਸੀਂ ਗੱਲਾਂ ਹੀ ਕਰ ਰਹੇ ਹੋ। ਉਹ 4ਾਂ ਨੂੰ ਉਹਨੇ ਓਪਰੇਟ ਕਰ ਲਿਆ ਵੀ ਮੈਨੂੰ ਪਤਾ ਲੱਗ ਗਿਆ ਵੀ ਤੁਹਾਨੂੰ ਵੀ ਪਤਾ ਲੱਗ ਗਿਆ ਵੀ ਕੁਛ ਗਲਤ ਹੋ ਰਿਹਾ, ਪਰ ਤੁਸੀਂ ਕੋਈ ਚੀਕ ਛਾੜਾ ਨਹੀਂ ਪਾਉਣਾ, ਕਿਸੇ ਨੂੰ ਅਲਰਟ ਨਹੀਂ ਕਰਨਾ, ਤੁਸੀਂ ਇਸ ਤਰ੍ਹਾਂ ਸਹਿਜ 'ਚ ਹੀ ਰਹਿਣਾ ਵੀ ਹਾਂ ਅਸੀਂ ਤਾਂ ਗੱਲਾਂ ਮਾਰ ਰਹੇ ਹਾਂ, ਮਸਤ ਆ, ਵੀ ਕੁਛ ਨਹੀਂ ਪਤਾ ਹੈ ਨਾ। ਅਤੇ ਉਹ ਸਾਰਾ ਜਿਸ ਤਰ੍ਹਾਂ ਉਹਦੇ ਬਾਅਦ 'ਚੋਂ ਆਪਣੀ ਸਾਰੀ ਜਿਹੜੀ ਓਪਰੇਟ ਕਰਕੇ ਚਲੇ ਜਾਂਦੇ ਆ। ਹੁਣ ਜਿਹੜਾ ਉਹਨਾਂ ਵਿੱਚੋਂ ਇੱਕ ਬੰਦਾ ਨਾ, ਉਹ ਬਹੁਤ ਹੀ ਗਰੀਬ ਪਰਿਵਾਰ ਦਾ ਬੰਦਾ ਹੈ ਨਾ, ਬਾਅਦ 'ਚੋਂ ਜਿਸ ਤਰ੍ਹਾਂ ਪਤਾ ਲੱਗਿਆ। ਜਿਹੜੇ ਉਹ 4 ਬੰਦੇ ਬੈਂਕ ਦੇ ਬਾਹਰ ਖੜ੍ਹੇ ਸੀ ਉਹ ਬਹੁਤ ਗਰੀਬ ਆ। ਜਿਸ ਤਰ੍ਹਾਂ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਪਤਾ ਵੀ ਕੂੜਾ ਵਗੈਰਾ ਚੁੱਕਦੇ ਆ ਜਿਹੜੇ ਨੌਜਵਾਨ ਆ, ਉੱਥੇ ਬਹੁਤ ਸਾਰਾ ਕੂੜਾ ਕਰਕਟ ਚੁੱਕ ਕੇ ਜਿਹੜਾ ਰੀਸਾਈਕਲ ਹੁੰਦਾ ਉਹਨੂੰ ਵੇਚਿਆ ਜਾਂਦਾ ਵੀ ਬੋਤਲਾਂ, ਖਾਲੀ ਬੋਤਲਾਂ ਪਈਆਂ ਨੇ, ਕੱਚ ਪਿਆ ਦੂਜਾ, ਜਾਂ ਕਿਤਾਬਾਂ ਨੇ, ਜਾਂ ਲੋਹਾ ਪਿਆ, ਉਹ ਰੀਸਾਈਕਲਿੰਗ ਲਈ ਉਹ ਜਿਹੜੇ ਬਹੁਤ ਗਰੀਬ ਘਰਾਂ ਦੇ ਬੱਚੇ ਆ, ਖਾਸ ਕਰਕੇ ਬਿਹਾਰ, ਯੂਪੀ ਤੋਂ, ਮੱਧ ਪ੍ਰਦੇਸ਼ ਤੋਂ ਆਏ ਹੋ, ਇਸ ਤਰ੍ਹਾਂ ਦਾ ਕੰਮ ਕਰਦੇ ਆ।
ਉਹ ਲੁਧਿਆਣੇ ਦਾ ਜਿਹੜਾ ਰੇਲਵੇ ਸਟੇਸ਼ਨ ਆ, ਰੇਲਵੇ ਸਟੇਸ਼ਨ ਦੇ ਲਾਗੇ ਇੱਕ ਤਰ੍ਹਾਂ ਨਾਲ ਲੰਬੀ ਸਾਰੀ ਝੁੱਗੀਆਂ ਦੀ ਲਾਈਨ ਆ, ਉਹਦੇ ਵਿੱਚ ਰਹਿੰਦੇ ਆ। ਕੂੜਾ ਕਰਕਟ ਕਰ ਬਸ ਉਹੀ ਉਹਨਾਂ ਦੀ ਲਾਈਵਲੀਹੁੱਡ ਆ ਵੀ ਉਹ ਸ਼ਾਮ ਨੂੰ 40-50 ਰੁਪਏ ਦਾ ਵੇਚ ਦਿੰਦੇ ਆ, ਜਾਣੀ ਇੰਨੀ ਗਰੀਬੀ ਆ ਨਾ। ਉਹ ਬੰਦਾ ਜਿਹੜਾ ਸੀਗਾ ਉਹ 4 ਬੰਦਿਆਂ ਵਿੱਚ ਖੜਿਆ, ਉਹਨੇ ਭਾਈ ਮਥੁਰਾ ਸਿੰਘ ਨੂੰ ਪਛਾਣ ਲਿਆ ਕਿਸੇ ਦਿਨ ਕਾਫੀ ਦੇਰ ਬਾਅਦ ਨਾ ਲੁਧਿਆਣੇ ਰੇਲਵੇ ਸਟੇਸ਼ਨ 'ਤੇ, ਹੈ ਨਾ। ਅਤੇ ਉਹਨੇ ਦੇਖਿਆ ਵੀ ਇਹ ਤਾਂ ਉਹੀ ਬੰਦਾ ਹੈ ਜਿਹੜਾ ਉਹ ਉੱਥੇ ਬੈਂਕ ਦੇ ਬਾਹਰ ਜਿਹੜਾ ਖੜਿਆ ਸੀ, ਹੈ ਨਾ। ਅਤੇ ਉਹਦੇ ਕੋਲ ਆ ਗਿਆ, ਉਹਨੂੰ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਬੁਲਾਈ, ਹੈ ਨਾ। ਅਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਉੱਥੇ ਬੈਂਕ ਦੇ ਬਾਹਰ ਦੇਖਿਆ ਸੀ ਉਸ ਦਿਨ। ਅਤੇ ਹੁਣ ਇੱਕ ਤਰ੍ਹਾਂ ਨਾਲ ਜਿਹੜਾ ਬੰਦਾ ਰੂਪੋਸ਼ ਹੁੰਦਾ, ਜੰਗ ਲੜ ਰਿਹਾ, ਉਹਨੂੰ ਬਹੁਤ ਸਾਰੇ ਖਤਰੇ ਹੁੰਦੇ ਨੇ। ਅਤੇ ਉਹਨਾਂ ਨੂੰ ਮਥੁਰਾ ਸਿੰਘ ਉਹਨਾਂ ਨੂੰ ਲੱਗਿਆ ਵੀ ਕੋਈ ਪੁਲਿਸ ਦਾ ਨਾ ਬੰਦਾ ਹੋਵੇ, ਮੇਰੀ ਗ੍ਰਿਫਤਾਰੀ ਤੋਂ ਬਚਣਾ ਹੁੰਦਾ ਨਾ ਜਿਹੜਾ ਰੂਪੋਸ਼ ਬੰਦਾ, ਹੈ ਨਾ। ਅਤੇ ਉਹਦੇ 'ਚੋਂ ਵੀ ਮੇਰਾ ਨਾ ਕੋਈ ਨੁਕਸਾਨ ਨਾ ਹੋ ਜੇ, ਹੈ ਨਾ। ਫਿਰ ਹੌਲੀ ਹੌਲੀ ਉਹਨੇ ਗੱਲੀ ਲਾ ਲਿਆ ਭਾਈ ਮਥੁਰਾ ਸਿੰਘ ਨੂੰ। ਭਾਈ ਮਥੁਰਾ ਸਿੰਘ ਨੂੰ ਲੱਗਿਆ ਵੀ ਇਹ ਨੁਕਸਾਨਦਾਇਕ ਬੰਦਾ ਨਹੀਂ ਹੈ, ਵੀ ਉਹ ਕਿਉਂਕਿ ਉਹਨਾਂ ਨੇ ਚਿਹਰਾ ਪੜ੍ਹ ਲਿਆ ਵੀ ਹਾਂ ਬੰਦਾ ਇਸ ਤਰ੍ਹਾਂ ਨਹੀਂ ਹੈ ਵੀ ਮੇਰਾ ਕੋਈ ਨੁਕਸਾਨ ਕਰਾਊਗਾ। ਉਹ ਇੰਟਰਸਟ ਲੈਣ ਲੱਗ ਗਏ ਉਹਦੇ 'ਚ ਨਾ। ਉਹ ਕਹਿੰਦਾ ਸਰਦਾਰ ਜੀ ਵੀ ਤੁਸੀਂ ਆ ਜਾਓ ਮੇਰੇ ਨਾਲ, ਮੈਂ ਤੁਹਾਡਾ ਨਾ ਬਹੁਤ ਸਤਿਕਾਰ ਕਰਦਾ, ਮੈਂ ਤੁਹਾਨੂੰ ਚਾਹ ਦਾ ਕੱਪ ਪਿਲਾਉਣਾ। ਉਹ ਗਰੀਬ ਬੰਦਾ ਵਿਚਾਰਾ, ਹੈ ਨਾ, ਮਤਲਬ ਕਿ ਜਿਹੜਾ 40-50 ਰੁਪਏ ਦਿਹਾੜੀ ਲਾਉਂਦਾ, ਕਿੰਨੇ ਸਤਿਕਾਰ 'ਚੋਂ ਉਹ ਬੋਲਦਾ। ਉਹਨਾਂ ਨੂੰ ਲੈ ਗਿਆ ਸਾਹਮਣੇ, ਉੱਥੇ ਥੱਲੇ ਬੈਠ ਕੇ ਉਹ ਚਾਹ ਵੇਚਣ ਵਾਲੇ ਬੈਠੇ ਹੁੰਦੇ ਆ ਨਾ, ਉਹਨਾਂ ਕੋਲ ਬੈਠ ਕੇ ਉਹਨੇ ਚਾਹ ਪਿਲਾਈ ਉਹਨੂੰ, ਭਾਈ ਮਥੁਰਾ ਸਿੰਘ ਨੂੰ, ਹੈ ਨਾ। ਭਾਈ ਮਥੁਰਾ ਸਿੰਘ ਟੌਪ ਲੀਡਰਸ਼ਿਪ ਵਿੱਚ ਮੰਨਿਆ ਜਾਂਦਾ ਖਾੜਕੂ ਲਹਿਰ ਦੀ ਨਾ। ਅਤੇ ਉਹਨੂੰ ਚਾਹ ਪਿਲਾਈ ਅਤੇ ਫਿਰ ਉਹ ਕਹਿੰਦਾ ਵੀ ਮੈਂ ਤੁਹਾਡਾ ਸਤਿਕਾਰ ਕਰਦਾ, ਜੇ ਤੁਸੀਂ ਮੇਰੀ ਗੱਲ ਮੰਨੋ ਨਾ, ਮੇਰੀ ਲਾਗੇ ਝੁੱਗੀ ਆ, ਤੁਸੀਂ ਮੇਰੇ ਘਰ ਆ ਜਾਓ, ਮੈਨੂੰ ਐਂ ਲੱਗੂਗਾ ਵੀ ਜਿਸ ਤਰ੍ਹਾਂ ਪਰਮਾਤਮਾ ਮੇਰੇ ਘਰ ਆ ਗਿਆ ਹੁੰਦਾ। ਸੋ ਇਸ ਤਰ੍ਹਾਂ ਦਾ ਜਿੱਦਾਂ ਉਹਨੇ ਉਹ ਮਾਹੌਲ ਸਿਰਜਿਆ, ਹਨ। ਸੋ ਉਹ ਭਾਈ ਮਥੁਰਾ ਸਿੰਘ, ਹਾਲਾਂਕਿ ਉਹ ਕਹਿੰਦੇ ਵੀ ਕਾਫੀ ਵੱਡਾ ਜਰਨੈਲ ਸੀ, ਉਹ ਇਸ ਤਰ੍ਹਾਂ ਦੇ ਰਿਸਕ ਨਹੀਂ ਸੀ ਲੈਂਦਾ ਕਦੇ ਵੀ, ਪਰ ਉਹਦੀ ਮਨੁੱਖਤਾ ਦੇ ਅੱਗੇ, ਉਹਦੀ ਜਿਹੜੀ ਇੰਨੀ ਜ਼ਿਆਦਾ ਪਿਆਰ ਸੀ ਉਹਦੇ ਅੱਗੇ ਝੁਕਦਾ ਹੋਇਆ ਉਹ ਉਹਦੇ ਘਰ ਚਲਿਆ ਜਾਂਦਾ। ਘਰ ਕੀ ਸੀ, ਤਰਪਾਲ ਦੀ ਇੱਕ ਛੋਟੀ ਜਿਹੀ ਝੁੱਗੀ ਸੀ, ਗਰਮੀ ਦਾ ਮੌਸਮ ਸੀ, ਵਿੱਚ ਹੀ ਕਹਿੰਦਾ ਵੀ ਉਹ ਸਾਰਾ ਪਰਿਵਾਰ ਰਹਿ ਰਿਹਾ। ਉੱਥੇ ਲੈ ਕੇ ਗਿਆ ਉਹਨੂੰ, ਪਤਾ ਨਹੀਂ ਕੁਛ ਪਿਲਾਇਆ, ਅਤੇ ਉਹਨੇ ਆਪਣੀ ਮਾਂ ਨੂੰ ਦੱਸਿਆ, ਹੈ ਨਾ। ਅਸਲ 'ਚ ਮਤਲਬ ਕਿ ਫਿਰ ਉਹ ਇੰਨਾ ਸਤਿਕਾਰ ਕਰਨ ਲੱਗ ਗਿਆ ਉਹਨਾਂ ਦਾ, ਅਤੇ ਉਹਨਾਂ ਦਾ ਰਿਲੇਸ਼ਨ ਬਣ ਗਿਆ ਬੰਦੇ ਦਾ ਨਾ। ਹੁਣ ਭਾਈ ਮਥੁਰਾ ਸਿੰਘ ਦਾ ਉਸ ਗਰੀਬ ਪਰਿਵਾਰ ਦੇ ਬੱਚੇ ਨਾਲ ਰਿਲੇਸ਼ਨ ਬਣ ਗਿਆ, ਔਰ ਉਹਦੇ ਘਰ ਹੀ ਉਹ ਕਹਿੰਦਾ ਤੁਸੀਂ ਇੱਥੇ ਰਹਿ ਸਕਦੇ ਹੋ ਮੇਰੇ। ਯਾਨੀ ਤੁਸੀਂ ਦੇਖੋ ਵੀ ਸੈਂਸ ਕਿੰਨੇ, ਮਤਲਬ ਕਿ ਬੰਦਾ ਹੁਣ ਇਹ ਜਿਹੜਾ ਜੰਗ ਵਿੱਚ ਬੰਦਾ ਹੁੰਦਾ, ਇਸ ਲੈਵਲ ਦੇ ਇੱਕ ਉੱਪਰੇ ਬੰਦੇ ਨਾਲ ਆਪਰੇਟ ਕਰਨਾ, ਔਰ ਇੰਨੀ ਗਰੀਬੀ ਦੀ ਹਾਲਤ ਵਿੱਚ ਰਹਿਣ ਵਾਲੇ ਬੰਦੇ ਨਾਲ, ਫਿਰ ਤੁਸੀਂ ਦੇਖੋ ਵੀ ਉਹ ਬੰਦਾ ਆਪਣੇ ਅੰਦਰੋਂ ਕਿੰਨਾ ਸੈਂਸਿਟਿਵ ਹੋਊਗਾ, ਉਹਦੇ ਵਿੱਚ ਕਿੰਨੀਆਂ ਮਨੁੱਖੀ ਕਦਰਾਂ ਕੀਮਤਾਂ, ਉਹਦੇ ਬੱਚਿਆਂ ਨੂੰ ਪਿਆਰ ਦਿੰਦਾ, 100 ਰੁਪਇਆ ਉਹਨੂੰ ਦਿੰਦਾ, ਉਹਦੀ ਮਾਤਾ ਸਤਿਕਾਰ ਕਰਦੀ ਆ, ਉਸ ਬੰਦੇ ਦੀ ਵਾਈਫ ਸਤਿਕਾਰ ਕਰਦੀ ਆ। ਔਰ ਕਾਫੀ ਦੇਰ ਤੱਕ ਕਹਿੰਦੇ ਭਾਈ ਹਰਜਿੰਦਰ ਸਿੰਘ ਜਿੰਦਾ ਔਰ ਭਾਈ ਮਥੁਰਾ ਸਿੰਘ ਉਸ ਝੁੱਗੀ ਵਿੱਚ ਜਾਂਦੇ ਰਹੇ, ਉੱਥੇ ਹੀ ਸੌਂ ਜਾਂਦੇ ਸੀਗੇ, ਉੱਥੇ ਹੀ ਖਾਣਾ ਖਾ ਲੈਣਾ ਉਹਨਾਂ ਦਾ, 1 ਜਾਂ 2 ਰੋਟੀਆਂ ਜਿਹੜੀਆਂ ਹੋਣੀਆਂ ਖਾ ਕੇ ਉੱਥੇ ਹੀ ਸੌਂ ਜਾਣਾ। ਔਰ ਕਈ ਵਾਰ ਉਹਨਾਂ ਕੋਲ ਹਥਿਆਰ ਹੁੰਦੇ ਸੀ, ਉਹ ਹਥਿਆਰ ਵੀ ਅਤੇ ਪੈਸੇ ਵੀ ਰੱਖ ਦਿੰਦੇ ਸੀ। ਉਹ ਕਹਿੰਦੇ ਵੀ ਕਦੇ ਵੀ ਉਸ ਬੰਦੇ ਨੇ 1 ਰੁਪਈਆ ਵੀ ਸਾਡਾ ਖਰਚਿਆ ਨਹੀਂ ਸੀ, ਕੋਈ ਹਥਿਆਰ ਦੀ ਦੁਰਵਰਤੋਂ ਨਹੀਂ ਸੀ ਕੀਤੀ। ਔਰ ਲਗਾਤਾਰ 6-7 ਮਹੀਨੇ ਕਹਿੰਦੇ ਭਾਈ ਹਰਜਿੰਦਰ ਸਿੰਘ ਉਹਨੀ ਜਾਂਦੇ ਰਹੇ, ਉਹਨੂੰ ਆਪਣੀ ਗੱਡੀ 'ਚ ਘੁਮਾ ਲੈਂਦੇ ਸੀ, ਉਹਦੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਨਾ। ਹਰਜਿੰਦਰ ਸਿੰਘ ਜਿੰਦਾ ਜਦੋਂ ਯੰਗ ਸੀ ਇਸ ਤਰ੍ਹਾਂ ਦੇ ਬਹੁਤ ਕਾਰਨਾਮੇ ਕਰਦਾ ਸੀ, ਬੜਾ ਜਿਸ ਤਰ੍ਹਾਂ ਨਾ ਵੀ ਉਹ ਯੰਗ ਨੌਜਵਾਨ ਸੀ ਜਿਹੜੇ ਉਹਦੇ ਨਾਲ ਵਿਚਰੇ ਆ ਦੋਸਤ ਨਾ। ਉਹ ਕਹਿੰਦੇ ਵੀ ਉਹਦੇ ਬੱਚਿਆਂ ਨੂੰ ਘੁਮਾ ਲਿਆਉਣਾ, ਜਾ ਕੇ ਕਿਤੇ ਕੁਲਫੀ ਖਵਾ ਦੇਣੀ, ਆਈਸਕ੍ਰੀਮ ਖਵਾ ਦੇਣੀ। ਸੋ ਹੁਣ ਤੁਸੀਂ ਦੇਖੋ ਵੀ ਜਿਹੜੇ ਬੰਦੇ ਜੰਗ ਵਿੱਚ ਨੇ, ਔਰ ਕਿੰਨੇ ਮਨੁੱਖੀ, ਉਹਨਾਂ ਵਿੱਚ ਮਨੁੱਖੀ ਭਾਵਨਾਵਾਂ ਕਿੰਨੀਆਂ ਨੇ, ਹੈ ਨਾ। ਵੀ ਕਿੱਦਾਂ ਉਹ ਬੱਚਿਆਂ ਨਾਲ, ਇੱਕ ਉੱਪਰੇ ਬੱਚੇ ਨਾਲ ਅਟੈਚ ਹੋਏ ਆ, ਉਸ ਗਰੀਬ ਪਰਿਵਾਰ ਨਾਲ ਅਟੈਚ ਹੋਏ ਆ, ਹੈ ਨਾ। ਵੀ ਉਹਦੇ ਨਾਲ ਲਗਾਤਾਰ ਉਹਨਾਂ ਦੇ ਇੰਟਰੈਕਟ ਕਰਦੇ ਰਹੇ ਆ। ਸੋ ਇਸ ਕਿਸਮ ਦੀਆਂ ਜਿਹੜੀਆਂ ਸਾਖੀਆਂ ਨੇ, ਹੈ ਨਾ, ਇਹ ਆਮ ਤੌਰ 'ਤੇ ਹੁਣ ਬਾਹਰ ਹੀ ਆਪਾਂ ਨੂੰ ਨਹੀਂ ਪਤਾ, ਆਪਾਂ ਨੂੰ ਸਿਰਫ ਹਰਜਿੰਦਰ ਸਿੰਘ ਜਿੰਦੇ ਦਾ ਪਤਾ ਵੀ ਉਹ ਫਾਂਸੀ 'ਤੇ ਚੜ੍ਹ ਗਏ, ਪਰ ਉਹਨਾਂ ਦਾ ਅਸਲੀ ਜੀਵਨ ਵਿੱਚ ਇਸ ਕਿਸਮ ਦੀਆਂ ਕਿੰਨੀਆਂ ਘਟਨਾਵਾਂ ਨੇ ਜਿਹੜੀ ਉਹਨਾਂ ਦੀ ਮਨੁੱਖਤਾ ਨੂੰ, ਉਹਨਾਂ ਦੀ ਸੈਂਸਿਟੀਵਿਟੀਜ਼ ਨੂੰ, ਉਹਨਾਂ ਦਾ ਜਿਹੜਾ ਇੱਕ ਉੱਚਾ ਆਤਮਕ ਕਿਰਦਾਰ ਹੈ ਉਹਨੂੰ ਕਿੱਦਾਂ ਜਿਹੜੀਆਂ ਉਜਾਗਰ ਕਰਦੀਆਂ ਨੇ। ਸੋ ਇਸ ਕਿਤਾਬ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਾਰਾ ਹੈਗਾ ਵੀ ਮਾਹੌਲ ਸਿਰਜਿਆ ਹੈ, ਉਹਦੇ 'ਚੋਂ ਇੱਕ ਨੈਰੇਟਿਵ ਆਇਆ ਹੈ। ਹੁਣ ਤੱਕ ਸਰਕਾਰ ਦਾ ਨੈਰੇਟਿਵ ਆ ਰਿਹਾ ਸੀ, ਸਾਰੇ ਪਾਸੇ ਸਰਕਾਰ ਦੀ ਬੋਲੀ ਬੋਲਣ ਵਾਲੀਆਂ ਕਿਤਾਬਾਂ ਆ ਰਹੀਆਂ ਸੀ। ਸੋ ਇਹ ਬੜੀ ਉਡੀਕ ਸੀ ਵੀ ਕੋਈ ਜਿਨ੍ਹਾਂ ਨੇ ਸੰਘਰਸ਼ ਕਰਿਆ ਉਹਨਾਂ ਵੱਲੋਂ ਕੋਈ ਕਿਤਾਬ ਆਵੇ, ਸੋ ਉਹਨਾਂ ਵੱਲੋਂ ਦੱਸਿਆ ਜਾਵੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਿਹੜੀਆਂ ਸਾਡੀਆਂ ਕੌਮੀ ਹੋਂਦ ਦੀ ਲੜਾਈ ਨਾਲ ਜੁੜੀਆਂ ਹੋਈਆਂ ਨੇ, ਜਿਹੜੀ ਸਾਡੀ ਹੋਂਦ ਲਈ ਜੋ ਜੰਗ ਲੜੀ ਗਈ ਉਹਦੇ ਵਿੱਚ ਕਿਸ ਤਰ੍ਹਾਂ ਦੇ ਯੋਧੇ ਸੀ, ਕਿਸ ਤਰ੍ਹਾਂ ਦੇ ਸਦਕੇ ਸਿੱਖ ਸੀ, ਔਰ ਆਮ ਲੋਕ ਨੇ। ਹੁਣ ਇੱਕ ਇਹਦੇ ਵਿੱਚ ਸਾਖੀ ਆਉਂਦੀ ਹੈਗੀ ਆ, ਕੋਈ ਬਾਬਾ ਪਿਆਰਾ ਸਿੰਘ ਹੈ, ਕਾਰ ਸੇਵਾ ਵਾਲੇ ਬਾਬਿਆਂ ਨਾਲ ਰਹਿੰਦਾ, ਮਤਲਬ ਕਿ ਉਹ ਕਹਿੰਦਾ ਵੀ ਉਹਦਾ ਕੋਈ ਖਾਹਿਸ਼ ਨਹੀਂ ਜ਼ਿੰਦਗੀ ਵਿੱਚ, ਬਸ ਜੋ ਉਹਨੇ ਉਹ ਚੋਲਾ ਪਾਇਆ ਹੋਇਆ ਅਤੇ ਕਛਹਿਰਾ ਪਾਇਆ ਹੋਇਆ,
ਪਰਨਾ ਹੈਗਾ ਉਹਦੇ ਮੋਢੇ 'ਤੇ, ਉਹ ਇਸ ਤਰ੍ਹਾਂ ਹੀ ਤੁਰਿਆ ਫਿਰਦਾ ਕਾਰ ਸੇਵਾ ਵਾਲੇ ਬਾਬਿਆਂ ਨਾਲ, ਉਹਨਾਂ ਦੀ ਗੱਡੀ ਵਗੈਰਾ ਚਲਾਉਂਦਾ, ਕਦੀ ਝਾਰਖੰਡ ਚਲਿਆ ਜਾਂਦਾ, ਕਦੀ ਭੋਪਾਲ ਚਲਿਆ ਜਾਂਦਾ, ਕਦੀ ਬੰਬੇ ਚਲਿਆ ਜਾਂਦਾ, ਉਹਨਾਂ ਦੀ ਸੇਵਾ ਕਰਦਾ। ਸੇਵਾ ਕਰਦਿਆਂ ਉਹ ਜਿਹੜੇ ਨਕਸਲਬਾੜੀ ਹੁਣ ਲੜ ਰਹੇ ਆ ਝਾਰਖੰਡ ਵਿੱਚ ਨਾ, ਉਹਨਾਂ ਦੇ ਨਾਲ ਕਿਤੇ ਸੰਪਰਕ ਹੋ ਜਾਂਦਾ। ਉਹ ਦੇਖਦਾ ਵੀ ਬਹੁਤ ਗਰੀਬ ਲੋਕ ਨੇ ਇਹ, ਰੀਅਲੀ ਪੂਅਰ ਬੰਦੇ ਆ ਉਹ, ਹੈ ਨਾ, ਵੀ ਇੰਨੀ ਗੁਰਬਤ ਨਾਲ ਲੜ ਰਹੇ ਨੇ, ਜੰਗ ਲੜ ਰਹੇ ਨੇ, ਹੈ ਨਾ। ਉਹਨਾਂ ਦੀਆਂ ਜਿਸ ਤਰ੍ਹਾਂ ਸ਼ੋਸ਼ਣ ਹੋ ਰਿਹਾ, ਜਿਹੜੇ ਵੱਡੇ ਕਾਰਪੋਰੇਟਸ ਨੇ ਉਹਨਾਂ ਦੀਆਂ ਜ਼ਮੀਨਾਂ ਜਾਂ ਉਹਨਾਂ ਦੀ ਲਾਈਵਲੀਹੁੱਡ ਆ ਉਹ ਖਤਮ ਹੋ ਰਹੀ ਆ। ਉਹ ਬਜ਼ੁਰਗ ਬਹੁਤ ਦੇਰ ਉਹਨਾਂ ਨਾਲ ਹੀ ਰਿਹਾ ਅਤੇ ਉਹਨਾਂ ਨਾਲ ਰਹਿੰਦਾ। ਉਹ ਵੀ ਸੰਘਰਸ਼ ਕਰ ਰਹੇ ਸੀ, ਹਥਿਆਰਬੰਦ ਸੰਘਰਸ਼ ਕਰਦੇ ਸੀ। ਉਹਨਾਂ ਨਾਲ ਸੰਘਰਸ਼ ਕਰਦਾ ਹੀ ਉਹ ਉਹਨਾਂ ਦੇ ਬੰਦਿਆਂ ਨੂੰ ਲੈ ਕੇ ਪਾਕਿਸਤਾਨ ਚਲਿਆ ਜਾਂਦਾ, ਉੱਥੇ ਫਿਰ ਸਿੰਘਾਂ ਨੂੰ ਮਿਲਦਾ। ਸੋ ਉੱਥੇ ਮਤਲਬ ਉਹ ਕਹਿੰਦਾ ਵੀ ਉਹ ਫਿਰ ਇਹਨਾਂ ਸਿੰਘਾਂ ਨਾਲ ਡਿਬੇਟ ਕਰਦਾ, ਕਹਿੰਦਾ ਵੀ ਜਿਹੜੀ ਤੁਹਾਡੀ ਲੜਾਈ ਹੈ ਨਾ, ਸਿਰਫ ਸਿੱਖਾਂ ਦੀ ਮੁਕਤੀ ਤੱਕ ਸੀਮਿਤ ਨਾ ਰੱਖੋ, ਜਿਹੜਾ ਭਾਰਤ ਦਾ ਸਮੁੱਚਾ ਗਰੀਬ ਵਰਗ ਆ ਉਹਦੀ ਮੁਕਤੀ ਵੀ ਆਪਾਂ ਨੂੰ ਚਾਹੀਦੀ ਆ। ਵੀ ਉਹ ਜਿਹੜੇ ਗਰੀਬ ਲਤਾੜੇ ਹੋਏ ਲੋਕ ਨੇ ਉਹ ਵੀ ਤੁਹਾਡੇ ਵੱਲ ਦੇਖਦੇ ਨੇ, ਮਤਲਬ ਕਿ ਉਹ ਵੀ ਸਤਾਏ ਹੋਏ ਨੇ ਸਿਸਟਮ ਦੇ। ਆਪਾਂ ਸਾਰਿਆਂ ਦੀ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਵੀ ਮਨੁੱਖਤਾ ਦੀ ਮੁਕਤੀ ਹੈ ਨਾ, ਸੋ ਗੁਰੂ ਸਾਹਿਬ ਨੇ ਹੁਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਆ, ਕਿਸੇ ਇੱਕ ਖਾਸ ਧਰਮ ਲਈ ਨਹੀਂ ਦਿੱਤੀ, ਉਹ ਸਮੁੱਚੀ ਮਨੁੱਖਤਾ ਦੇ ਜਿਹੜਾ ਪਸਾਰਾ ਕਰਨ ਲਈ, ਵੀ ਉਹਦੇ 'ਤੇ ਕਿਸੇ ਵੀ ਮਨੁੱਖ 'ਤੇ ਜ਼ੁਲਮ ਹੁੰਦਾ ਉਹਦੇ ਖਿਲਾਫ ਜਿਹੜਾ ਲੜਨ ਲਈ ਆ, ਉਹਦੇ ਖਿਲਾਫ ਆ ਜਿਹੜੀ ਦਿੱਤੀ ਹੈ। ਸੋ ਇਸ ਕਿਸਮ ਦੀਆਂ ਜਿਹੜੀਆਂ ਸਾਖੀਆਂ ਨੇ ਬਹੁਤ ਹੀ ਦਿਲ ਟੁੰਬਵੀਆਂ, ਬਹੁਤ ਸੈਂਸਿਟਿਵ ਨੇ। ਔਰ ਜਿਹੜੇ ਬੰਦੇ ਅਨਸੰਗ ਹੀਰੋਜ਼ ਵਿੱਚ ਵੀ ਜਿਹੜੇ ਬਾਰਡਰ ਦੇ ਆਲੇ ਦੁਆਲੇ ਰਹਿੰਦੇ ਨੇ, ਉਹ ਕਿਸ ਤਰ੍ਹਾਂ ਇਨਵੋਲਵ ਨੇ, ਉਹ ਲਗਾਤਾਰ ਇਸ ਤਰ੍ਹਾਂ ਹੀ ਮਾਰੇ ਜਾਂਦੇ ਆ, ਕੋਈ ਉਹਨਾਂ ਦਾ ਨਾਂ ਥਾਂ ਵੀ ਨਹੀਂ ਰਹਿੰਦਾ, ਉਹ ਲਗਾਤਾਰ ਸਹਾਇਤਾ ਕਰਦੇ ਆ ਇੱਕ ਦੂਜੇ ਦੀ। ਸੋ ਇਸ ਕਿਸਮ ਦੇ ਜਿਹੜੇ ਹੀਰੋਜ਼ ਆ ਉਹਨਾਂ ਬਾਰੇ ਇਹ ਕਿਤਾਬ ਲਿਖੀ ਗਈ ਹੈ। ਸੋ ਇਹਦੇ ਕਿਤਾਬ ਦੇ ਹੁਣ ਜੇ ਆਪਾਂ ਹੋਰ ਆਸਪੈਕਟ ਆ ਵੀ, ਇੱਕ ਆਪਾਂ ਗੱਲ ਕਰ ਚੁੱਕੇ ਵੀ ਇਹਦੇ ਵਿੱਚ ਲੇਖਕ ਦੀ ਮੈਂ ਸ਼ਾਮਲ ਨਹੀਂ ਹੈ, ਹਉਮੈ ਤੋਂ ਰਹਿਤ। ਵੀ ਸਭ ਤੋਂ ਵੱਡਾ ਜਿਹੜਾ ਗੁਣ ਹੁੰਦਾ, ਨਹੀਂ ਤਾਂ ਆਮ ਤੌਰ 'ਤੇ ਲੇਖਕਾਂ ਵਿੱਚ ਸਾਰੀ ਹਉਮੈ ਦੀ ਭਰੀ ਹੋਈ, ਮੈਂ ਇਹ ਸੋਚਿਆ, ਮੈਂ ਕਰਿਆ, ਉਹਦੇ ਵਿੱਚ ਕਿਤੇ ਵੀ ਇਹਨਾਂ ਦਾ ਇਹ ਨਹੀਂ ਹੈਗਾ ਵੀ ਮੈਂ ਆਹ ਕਰਿਆ ਜਾਂ ਕਿਸ ਤਰ੍ਹਾਂ, ਹੈ ਨਾ। ਹਾਲਾਂਕਿ ਸਾਰੇ ਵੱਡੇ ਐਕਸ਼ਨਾਂ ਵਿੱਚੋਂ ਸ਼ਾਮਲ ਰਹੇ ਸੀ। ਦੂਜਾ ਇਹ ਹੈਗਾ ਵੀ ਇਹਦੇ ਵਿੱਚੋਂ ਜਿਹੜੀਆਂ ਲਹਿਰ ਦੀਆਂ ਗਲਤੀਆਂ ਨੇ ਉਹਨਾਂ ਨੂੰ ਕਬੂਲਣ ਦਾ ਯਤਨ ਕੀਤਾ ਗਿਆ। ਆਮ ਤੌਰ 'ਤੇ ਆਪਾਂ ਜਿਹੜੇ ਬੰਦੇ ਲਹਿਰ ਦਾ ਐਨਾਲਿਸਿਸ ਕਰਦੇ ਆ, ਉਹ ਜਿਹੜੀਆਂ ਗਲਤ ਘਟਨਾਵਾਂ ਹੋਈਆਂ ਉਹਨੂੰ ਕਹਿੰਦੇ ਵੀ ਇਹ ਏਜੰਸੀਆਂ ਨੇ ਕਰਾਈਆਂ। ਸੋ ਇਹ ਗੱਲ ਨਹੀਂ, ਸਾਰਾ ਕੁਛ ਏਜੰਸੀਆਂ ਨੇ ਨਹੀਂ ਕਰਾਇਆ, ਹੈ ਨਾ। ਹਾਂ, ਕੁਛ ਘਟਨਾਵਾਂ ਹੋ ਸਕਦੀਆਂ। ਇਹਦੇ ਵਿੱਚ ਇਸ ਕਿਤਾਬ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਤੌਰ 'ਤੇ ਮੰਨਣ ਦੀ ਉਹਨਾਂ ਨੇ ਕੋਸ਼ਿਸ਼ ਕਰੀ ਆ ਵੀ ਆਪਾਂ ਸਾਰਾ ਕੁਛ ਏਜੰਸੀਆਂ ਦੇ ਸਿਰ ਲਾ ਕੇ, ਜਿਹੜੇ ਸਾਡੇ ਆਪਣੇ ਬੰਦਿਆਂ ਨੇ ਗਲਤ ਕੰਮ ਕਰੇ ਆ ਉਹ ਸਾਹਮਣੇ ਉਹਨਾਂ ਦੇ ਪਰਦੇ ਜਿਹੜੇ ਉਜਾਗਰ ਹੋਣੇ ਚਾਹੀਦੇ ਆ। ਸੋ ਆਪਾਂ ਸਾਰਾ ਕੁਛ ਹੀ ਸਰਕਾਰ ਦੇ ਪੱਲੇ ਪਾ ਕੇ ਵੀ ਜਿਹੜਾ ਗਲਤ ਕੰਮ ਹੋਇਆ ਸਰਕਾਰ ਨੇ ਕਰਾਇਆ, ਇਸ ਤਰ੍ਹਾਂ ਨਹੀਂ ਹੈ। ਜਦੋਂ ਲਹਿਰਾਂ ਵਿੱਚ ਵੱਖ-ਵੱਖ ਗੁੱਟ ਹੁੰਦੇ ਆ, ਉਹਨਾਂ ਕੋਲ ਆਪ ਉਹ ਹਥਿਆਰਬੰਦ ਹੁੰਦੇ ਆ, ਤਾਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ। ਸੋ ਗਲਤੀਆਂ ਨੂੰ ਕਬੂਲਣਾ ਪਏਗਾ ਤੁਹਾਨੂੰ। ਸੋ ਇਸ ਕਿਤਾਬ ਵਿੱਚ ਉਸ ਮਤਲਬ ਕਿ ਉਹਨੂੰ ਕਬੂਲਣ ਦਾ ਜਿਹੜਾ ਯਤਨ ਕੀਤਾ ਗਿਆ, ਹੈ ਨਾ, ਵੀ ਉਹਨਾਂ ਨੇ ਕਬੂਲਿਆ ਵੀ ਜਿਹੜੀਆਂ ਗਲਤੀਆਂ ਹੋਈਆਂ ਨੇ ਉਹ ਲਹਿਰ ਦੇ ਸੁਚੇਤ ਹਿੱਸਿਆਂ ਵੱਲੋਂ ਨਹੀਂ ਹੋਈਆਂ। ਇਹ ਹੁੰਦਾ ਵੀ ਜਿਸ ਤਰ੍ਹਾਂ ਜਦੋਂ ਦਰਿਆ ਵਗਦਾ ਨਾ, ਜਦੋਂ ਦਰਿਆ ਤਾਂ ਆਪਣੀ ਨੋਰਮਲ ਰਵਾਨਗੀ ਵਿੱਚ ਵਗਦਾ ਤਾਂ ਬੜਾ ਸ਼ਾਂਤ ਹੁੰਦਾ, ਉਹਦਾ ਪਾਣੀ ਬੜਾ ਪਵਿੱਤਰ ਹੁੰਦਾ, ਨਿਰਮਲ ਹੁੰਦਾ। ਪਰ ਜਦੋਂ ਹੜ੍ਹ ਆਉਂਦੇ ਨੇ ਤਾਂ ਹੜ੍ਹਾਂ ਦੇ ਵੇਲੇ ਫਿਰ ਦਰਿਆ ਦੇ ਆਲੇ ਦੁਆਲੇ ਜਿਹੜਾ ਕੂੜਾ ਕਰਕਟ ਹੁੰਦਾ ਨਾ, ਉਹ ਵੀ ਦਰਿਆ ਦਾ ਹਿੱਸਾ ਬਣ ਜਾਂਦਾ। ਪਰ ਦਰਿਆ ਦੀ ਜਿਹੜੀ ਅਸਲੀ ਤੋਰ ਹੁੰਦੀ ਆ, ਦਰਿਆ ਦਾ ਅਸਲੀ ਗੁਣ ਹੁੰਦਾ, ਉਹ ਸੈਂਟਰ ਵਿੱਚ ਹੁੰਦਾ, ਮਿਡਲ ਵਿੱਚ। ਜਿਹੜੀ ਉਹਦੀ ਅਸਲੀ ਜਿਹੜੀ ਰੂਹਾਨਗੀ ਅਤੇ ਰਵਾਨਗੀ ਔਰ ਜਿਹੜੀ ਪਵਿੱਤਰਤਾ ਹੁੰਦੀ ਆ ਉਹ ਮਿਡਲ ਵਿੱਚ ਹੁੰਦੀ ਆ। ਜਿਹੜਾ ਕੂੜਾ ਕਰਕਟ ਹੈ ਉਹ ਦਰਿਆ ਦੇ ਹੜ੍ਹ ਆਉਣ ਨਾਲ ਉਹ ਦਰਿਆ ਦਾ ਹਿੱਸਾ ਬਣਦਾ। ਜਦੋਂ ਦਰਿਆ ਦਾ ਹੜ੍ਹ ਖਤਮ ਹੋ ਜਾਂਦਾ ਤਾਂ ਕੂੜਾ ਕਰਕਟ ਫਿਰ ਕੰਢੇ 'ਤੇ ਹੀ ਰਹਿ ਜਾਂਦਾ। ਤੁਸੀਂ ਦੇਖਿਆ ਹੋਣਾ ਹੜ੍ਹ ਤੋਂ ਬਾਅਦ ਕੂੜਾ ਕਰਕਟ ਕਿੰਨਾ ਦਰਿਆਵਾਂ ਦੇ ਕੰਢਿਆਂ 'ਤੇ ਰਹਿ ਜਾਂਦਾ ਹੈ। ਸੋ ਅਸਲ ਇਸ ਕਿਤਾਬ ਨੇ ਇਹ ਜਿਹੜਾ ਸੱਚ ਸਾਹਮਣੇ ਲਿਆਂਦਾ ਵੀ ਜਿਹੜੀ ਲਹਿਰ ਦੀ ਜਿਹੜੀ ਲੀਡਰਸ਼ਿਪ ਸੀ, ਜਿਹੜੇ ਸਿਆਣੇ ਬੰਦੇ ਸੀ, ਉਹਨਾਂ ਤੋਂ ਪਹਿਚਾਣ ਕਰਨੀ ਚਾਹੀਦੀ ਆਪਾਂ ਨੂੰ ਲਹਿਰ ਦੇ ਆਸਪੈਕਟਸ ਬਾਰੇ, ਉਹਦੀ ਵਿਚਾਰਧਾਰਾ ਬਾਰੇ, ਉਹਦੀਆਂ ਜਿਹੜੇ ਇਰਾਦੇ ਸੀ ਉਹਦੇ ਬਾਰੇ, ਜਾਂ ਹੋਰ ਜਿਸ ਕਿਸਮ ਦੀਆਂ ਵੀ ਜਿਹੜਾ ਨੈਰੇਟਿਵ ਸਿਰਜਿਆ ਜਾਣਾ। ਸੋ ਇਸ ਨੂੰ ਜਿਹੜਾ ਸੈਂਟਰਲ ਜਿਹੜੀ ਮਿਡਲ ਟੀਮ ਹੈ, ਜਿਹੜੀ ਸੈਂਸਿਟਿਵ ਟੀਮ ਹੈ, ਜਿਹਨੇ ਲਹਿਰ ਦੀ ਅਗਵਾਈ ਸਿਧਾਂਤਕ ਤੌਰ 'ਤੇ ਕਰੀ, ਜਾਂ ਜਿਨ੍ਹਾਂ ਨੇ ਬਹੁਤ ਸਾਰੀਆਂ ਪੋਲੀਟੀਕਲ ਚੰਗੇ ਕੰਮਾਂ ਕੀਤੇ, ਜਾਂ ਸਿਧਾਂਤਕ ਲਹਿਰ ਦਾ ਇੱਕ ਨੈਰੇਟਿਵ ਸਿਰਜਣ ਦਾ ਯਤਨ ਕੀਤਾ। ਸੋ ਇਸ ਕਿਤਾਬ ਨੇ ਇੱਕ ਸਿੱਖਾਂ ਦਾ ਕੌਮੀ ਨੈਰੇਟਿਵ ਸਿਰਜਣ ਦਾ ਯਤਨ ਕਰਿਆ ਹੈ। ਸੋ ਇਸ ਨੂੰ ਇਸ ਲਹਿਰ ਇਸ ਤਰ੍ਹਾਂ ਸਮਝਣਾ ਚਾਹੀਦਾ। ਸੋ ਇਹ ਪਹਿਲਾ ਯਤਨ ਹੈ। ਇਹਦੇ ਵਿੱਚ ਦੂਜਾ ਹੈਗਾ ਵੀ ਜਿਸ ਢੰਗ ਨਾਲ ਇਹ ਕਿਤਾਬ ਲਿਖੀ ਗਈ ਹੈ, ਉਹਦੀ ਸ਼ੈਲੀ ਮਤਲਬ ਕਿ ਇਸ ਤਰ੍ਹਾਂ ਐਂ ਆ ਜਿੱਦਾਂ ਕੋਈ ਬੰਦਾ ਗੱਲਾਂ ਕਰ ਰਿਹਾ ਹੁੰਦਾ। ਜਿਹੜੀਆਂ ਕਿਤਾਬਾਂ ਨਾਲੋਂ ਵੱਖਰਾ ਪਾਣੀ ਦੇ 'ਚ ਇਹ ਹੈਗਾ ਵੀ ਆਮ ਆਪਾਂ ਨੂੰ ਐਂ ਲੱਗਦਾ ਵੀ ਕੋਈ ਸਾਡੇ ਸਾਹਮਣੇ ਬੈਠਾ ਸਾਡੇ ਨਾਲ ਗੱਲਾਂ ਕਰ ਰਿਹਾ। ਸੋ ਉਹਦੀ ਰਵਾਨਗੀ,
ਭਾਸ਼ਾ ਤੇ ਪਕੜ, ਕਿੰਨੇ ਬਹੁਤ ਖੂਬਸੂਰਤ ਸ਼ਬਦ ਨੇ ਜਿਹੜੇ ਉਹਦੇ ਵਿੱਚ ਵਰਤੇ ਗਏ ਆ। ਸੋ ਇਹ ਵੀ ਇੱਕ ਜਿਹੜੀ ਇਸ ਕਿਤਾਬ ਦਾ ਆਪਾਂ ਹਾਸਲ ਕਹਿ ਸਕਦੇ। ਹਾਲਾਂਕਿ ਉਹਨਾਂ ਦਾ ਪਹਿਲਾ ਤਜਰਬਾ ਹੈ ਭਾਈ ਦਲਜੀਤ ਸਿੰਘ ਉਹਨਾਂ ਦਾ, ਪਰ ਉਹਦੀ ਰਵਾਨਗੀ, ਉਹਦੀ ਭਾਸ਼ਾ, ਔਰ ਖ਼ਾਸ ਕਰਕੇ ਜਿਹੜਾ ਆਪਾਂ ਹੁਣ ਜੇ ਇਹਨੂੰ ਸਮੇਟਣਾ ਹੋਵੇ ਗੱਲ ਨੂੰ, ਤਾਂ ਇਹ ਹੈਗਾ ਵੀ ਸਿੱਖ ਨੈਰੇਟਿਵ ਨੂੰ ਉਸਾਰਨ ਦਾ ਹੀ ਉਹਨਾਂ ਨੇ ਯਤਨ ਕਰਿਆ, ਜੋ ਕਿ ਬਹੁਤ ਜ਼ਰੂਰੀ ਸੀ। ਹਾਲਾਂਕਿ ਬਹੁਤ ਦੇਰ ਬਾਅਦ ਆਇਆ, ਪਰ ਫਿਰ ਵੀ ਕਿਉਂਕਿ ਕਿਤੇ ਨਾ ਕਿਤੇ ਜਿਹੜੀਆਂ ਸੰਘਰਸ਼ੀਲ ਕੌਮਾਂ ਨੇ ਉਹਨਾਂ ਦਾ ਨੈਰੇਟਿਵ ਆ ਉਹ ਉਸਰਨਾ ਹੀ ਹੁੰਦਾ। ਸੋ ਉਹ ਇਸ ਨੈਰੇਟਿਵ ਨੂੰ ਉਸਾਰਨ ਦਾ ਪਹਿਲਾ ਯਤਨ ਹੈ। ਸੋ ਇਹਦੇ 'ਚੋਂ ਅਸੀਂ ਉਮੀਦ ਕਰਦੇ ਹਾਂ ਵੀ ਇੱਕ ਤਾਂ ਇਹਨਾਂ ਦੀਆਂ ਹੀ, ਭਾਈ ਦਲਜੀਤ ਸਿੰਘ ਦੀਆਂ ਇਸ ਕਿਤਾਬ ਦੇ ਨਾਲ ਨਾਲ ਹੋਰ ਕਿਤਾਬਾਂ ਆਉਣਗੀਆਂ, ਅਤੇ ਦੂਜਾ ਜਿਹੜੇ ਹੋਰ ਚੰਗੇ ਬੰਦੇ ਨੇ ਜਿਹੜੇ ਲਹਿਰ ਦਾ ਹਿੱਸਾ ਰਹੇ ਨੇ, ਜਿਨ੍ਹਾਂ ਨੇ ਬਹੁਤ ਚੰਗਾ ਕੁਛ ਕਰਿਆ, ਕਮਾਇਆ ਅਤੇ ਦੇਖਿਆ ਹੈ, ਉਹ ਸਾਰੇ ਜਿਹੜੀਆਂ ਲਹਿਰ ਦੀਆਂ ਇਹ ਪੋਜ਼ੀਟਿਵ ਆਸਪੈਕਟਸ ਆ ਉਹ ਸਾਹਮਣੇ ਲਿਆਉਣਗੇ, ਤਾਂ ਕਿ ਜਿਹੜਾ ਇਤਿਹਾਸ ਦੇ ਦੋ ਪੈਰਲਲ ਨੈਰੇਟਿਵਸ ਆ ਉਹ ਖੜ੍ਹੇ ਹੋਣ। ਇਹ ਨਾ ਹੋਵੇ ਵੀ ਇੱਕ ਵਨ ਸਾਈਡਡ ਨੈਰੇਟਿਵ ਹੀ ਜਿਹੜਾ ਪ੍ਰੋਮੀਨੈਂਟ ਰਹੇ ਉਹੀ ਸਾਨੂੰ ਸੁਪਰਸੀਡ ਕਰਦਾ ਰਹੇ। ਅਸੀਂ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਹੀ ਆਪਣੇ ਵਿਚਾਰ ਆ ਜਿਹੜੇ ਪੰਜਾਬ ਦੇ ਸੰਘਰਸ਼ ਬਾਰੇ ਬਣਾਉਂਦੇ ਰਹੀਏ। ਸੋ ਇਹ ਮੈਨੂੰ ਲੱਗਦਾ ਵੀ ਕਿਤਾਬ ਦਾ ਜਿਹੜਾ 10-15-20 ਮਿੰਟ ਜਿਹੜੇ ਮੈਨੂੰ ਮਿਲੇ ਸੀ, ਉਹਦੇ 'ਚੋਂ ਇੰਨਾ ਕੁ ਜਿਹੜਾ ਇੱਕ ਨੋਮੀਨਲ ਰਿਵਿਊ ਆਪਾਂ ਕਰ ਸਕਦੇ ਹੈਗੇ ਵੀ ਇਹਨੇ ਨੈਰੇਟਿਵ, ਸਿੱਖਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਦੂਜਾ ਦੂਜਾ ਹੈਗਾ ਵੀ ਗਲਤੀਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤੀਜਾ ਹੈਗਾ ਵੀ ਜਿਹੜਾ ਗੁਰੂ ਦਾ ਅਦਬ ਅਤੇ ਗੁਰੂ ਦੇ ਗੁਰਬਾਣੀ ਦੇ ਅਦਬ ਵਿੱਚ ਰਹਿੰਦਿਆਂ ਜੋ ਕੁਛ ਹੋਇਆ ਉਹਨੂੰ ਇੱਕ ਵਧੀਆ ਢੰਗ ਨਾਲ ਪੇਸ਼ ਕੀਤਾ। ਸੋ ਇਹਨੂੰ ਇਸ ਦਿਸ਼ਾ ਤੋਂ ਪੜ੍ਹਿਆ ਜਾਣਾ ਚਾਹੀਦਾ ਹੈ। ਸੋ ਇੱਥੇ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੜੀ ਮਿਹਨਤ ਨਹੀਂ ਕੀਤੀ ਹੋਈ ਆ ਆਪਣੀ ਲਾਈਫ ਦੇ ਵਿੱਚ, ਅਤੇ ਬੜੇ ਥਾਵਾਂ 'ਤੇ ਨਹੀਂ ਕੰਮ ਕੀਤਾ ਸੀ। ਬੜੇ ਖੁਸ਼ ਹਾਂ ਕਿ ਸਾਡੇ ਨਾਲ ਇੱਦਾਂ ਕੰਮ ਚੱਲਦਾ ਰੱਖਣ ਅਤੇ ਇਸੇ ਤਰ੍ਹਾਂ ਪੰਥ ਦੀ ਸੇਵਾ ਕਰਨ। ਹੁਣ ਮੈਂ ਆਪਣੇ ਦੂਜੇ ਬੁਲਾਰੇ ਨੂੰ ਕਹਿ ਰਿਹਾ, ਡਾਕਟਰ ਜਸਵੀਰ ਸਿੰਘ ਸਾਡੇ ਪਾਸ ਨੇ, ਉਹ ਆ ਕੇ ਬੋਲਣਗੇ। ਡਾਕਟਰ ਜਸਵੀਰ ਸਿੰਘ ਇੱਕ ਬਹੁਤ ਵੱਡੇ ਲੈਵਲ 'ਤੇ ਸਕਾਲਰ ਨੇ, ਵੈਸੇ ਬੜੇ ਹੰਬਲ ਜਿਹੇ ਪਰਸਨੈਲਿਟੀ ਨੇ, ਲੇਕਿਨ ਇਹਨਾਂ ਦੀ ਪੋਲੀਟੀਕਲ ਸਾਇੰਸ ਦੇ ਵਿੱਚ ਬਹੁਤ ਵਿੱਦਿਆ ਹੈ, ਇਹਨਾਂ ਦੀ ਹਿਸਟਰੀ ਬਹੁਤ ਉਹਦੇ ਵਿੱਚ ਹੈ, ਅਤੇ ਇਹਨਾਂ ਨੇ ਪੂਰੇ ਤੌਰ 'ਤੇ ਇਹਨਾਂ ਦੀ PhD ਜੋ ਕੀਤੀ ਸੀ ਉਹ ਕੋਸੋਵਨ ਕ੍ਰਾਈਸਿਸ 'ਤੇ ਕੀਤੀ ਸੀ। ਇਹਨਾਂ ਦਾ ਸਿਰਫ ਪੰਜਾਬ ਵਿੱਚ ਜਾਂ ਸਾਊਥ ਏਸ਼ੀਆ ਦੇ ਵਿੱਚ ਨਹੀਂ ਕੰਟਰੋਲ, ਇਹਨੇ ਪੂਰਾ ਯੂਰਪ ਅਤੇ ਵਰਲਡ ਦੀ ਹਿਸਟਰੀ ਅਤੇ ਪੋਲੀਟੀਕਲ ਸਾਇੰਸ ਦੀ ਪੜ੍ਹ ਕੇ ਵੇਖਿਆ ਕੀ ਹੋ ਰਿਹਾ। ਸੋ ਅਸੀਂ ਬੜੇ ਲੱਕੀ ਹਾਂ ਕਿ ਅੱਜ ਡਾਕਟਰ ਜਸਵੀਰ ਸਿੰਘ ਸਾਡੇ ਕੋਲ ਨੇ, ਡੈਨਮਾਰਕ ਤੋਂ ਆਏ ਹੋਏ ਨੇ, ਅਤੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆ ਕੇ ਹੁਣ ਇਹ ਵਿਚਾਰ ਆਪਣੇ ਸਾਂਝੇ ਕਰਨੇ ਸੀ ਕਿਤਾਬ 'ਤੇ। ਡਾਕਟਰ ਜਸਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਭਾਈ ਦਲਜੀਤ ਸਿੰਘ ਹੁਣਾਂ ਵੱਲੋਂ ਲਿਖੀ ਕਿਤਾਬ ਦੇ ਬਾਰੇ ਇੱਕ ਸੰਖੇਪ ਰੂਪ ਦੇ ਵਿੱਚ ਅਕੈਡਮਿਕ ਇੱਕ ਪੱਖ ਤੋਂ ਥੋੜ੍ਹੀ ਡਿਸਕਸ਼ਨ ਕਰਾਂਗਾ, ਕਿਉਂਕਿ ਇਹ ਕਿਤਾਬ ਸੰਘਰਸ਼ ਦੇ ਬਾਰੇ ਹੈ, ਸੰਘਰਸ਼ ਵਿੱਚ ਵਾਪਰੀਆਂ ਘਟਨਾਵਾਂ ਦੇ ਬਾਰੇ ਹੈ। ਲੇਕਿਨ ਇਹਦਾ ਜਿਹੜਾ ਮੇਨ ਜਿਹੜਾ ਸੰਬੰਧ ਹੈ ਉਹ ਨਵੰਬਰ 1984 'ਚ ਵਾਪਰਿਆ ਜਿਹੜਾ ਦੁਖਾਂਤ ਹੈ ਜਾਂ ਹਮਲਾ ਹੈ ਉਹਦੇ ਨਾਲ ਜੁੜਦਾ, ਕਿਉਂਕਿ ਘਟਨਾਵਾਂ ਉਸੇ ਵੱਡੀ ਘਟਨਾ ਦੇ ਨਾਲ ਜੁੜੀਆਂ ਹੋਈਆਂ ਨੇ। ਉਹਦੇ ਰਿਐਕਸ਼ਨ 'ਚੋਂ ਹੀ ਇਹ ਸੰਘਰਸ਼ ਜਿਹੜਾ ਸੀ ਉਹ ਪੈਦਾ ਹੋਇਆ। ਸੋ ਅਕੈਡਮਿਕ ਲੈਵਲ ਦੇ ਉੱਤੇ ਜਿਹੜੀਆਂ ਇੰਨੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਸੱਭਿਆਚਾਰਕ ਦੁਖਾਂਤ ਦਾ ਨਾਂ ਦਿੱਤਾ ਗਿਆ ਹੈ। ਇਹ ਸਾਰੀਆਂ ਘਟਨਾਵਾਂ ਨੂੰ, ਕੋਈ ਵੀ ਜਿਹੜੀ ਘਟਨਾ ਵਾਪਰਦੀ ਹੈ ਉਹਨੂੰ ਸੱਭਿਆਚਾਰਕ ਦੁਖਾਂਤ ਦੇ ਕੈਟੇਗਰੀ 'ਚ ਨਹੀਂ ਰੱਖਿਆ ਜਾਂਦਾ ਇੰਟਰਨੈਸ਼ਨਲ ਲੈਵਲ ਦੇ ਵਿੱਚ ਜਾਂ ਅਕੈਡਮਿਕਸ ਦੇ ਵਿੱਚ। ਉਹਨਾਂ ਘਟਨਾਵਾਂ ਨੂੰ ਹੀ ਇਹ ਮਾਨਤਾ ਮਿਲਦੀ ਹੈ ਜਿਹੜੀਆਂ ਕਿਸੇ ਵੱਡੇ ਲੈਵਲ ਦੇ ਉੱਪਰ ਕਿਸੇ ਕੌਮੀ ਸਮੂਹ ਦੀ ਆਤਮਾ ਨੂੰ ਜ਼ਖਮੀ ਕਰਦੀਆਂ ਨੇ। ਉਹਨਾਂ ਦੇ ਵਿੱਚ ਇੱਕ ਉਹਨਾਂ ਦੀਆਂ ਈਵਨ ਜਨਰੇਸ਼ਨਸ ਦੇ ਵਿੱਚ ਇੱਕ ਹੋਂਦ ਲਈ ਜਿਹੜਾ ਖਤਰਾ ਹੈ ਉਹ ਡਰ ਪੈਦਾ ਕਰਦੀਆਂ ਨੇ। ਸੋ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਜਿਨ੍ਹਾਂ ਨੇ ਇਹ ਘਟਨਾਵਾਂ ਵਰਤਾਈਆਂ ਹੁੰਦੀਆਂ ਨੇ, ਜਿਹਨਾਂ ਨੇ ਹਮਲਾ ਕੀਤਾ ਹੁੰਦਾ ਹੈ, ਉਹ ਤੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਹੁੰਦਾ ਹੈ, ਕਿਉਂਕਿ ਉਹਨਾਂ ਨੇ ਮਾਨਤਾ ਦਿਵਾਉਣੀ ਹੁੰਦੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਾਂ ਆਪਣੇ ਲੋਕਾਂ ਦੇ ਵਿੱਚ, ਤਾਂ ਜਿਨ੍ਹਾਂ ਨੇ ਹਮਲਾ ਕੀਤਾ ਹੁੰਦਾ ਹੈ ਉਹਨਾਂ ਨੇ ਉਹਨੂੰ ਉਹ ਜਿਹੜੀ ਮਾਨਤਾ ਹੈ ਜਾਂ ਜਿਹੜੇ ਵੀ ਦੂਜੇ ਪਾਸੇ ਦੇ ਜਿਹੜੇ ਵਿਕਟਮ ਨੇ ਜਿਨ੍ਹਾਂ ਦੇ ਉੱਪਰ ਇਹ ਹਮਲਾ ਹੋਇਆ ਹੁੰਦਾ ਹੈ ਉਹਨਾਂ ਦੇ ਨੈਰੇਟਿਵ ਨੂੰ ਰੋਕਣਾ ਹੁੰਦਾ ਹੈ, ਉਹਨਾਂ ਨੂੰ ਭੁਲਾਉਣਾ ਹੁੰਦਾ ਹੈ। ਸੋ ਇਹਦੇ ਬਾਰੇ ਜਿਹੜਾ ਇੰਟਰਨੈਸ਼ਨਲ ਲੈਵਲ 'ਤੇ ਜਿਹੜਾ ਕਨਸੈਪਟ ਹੈ ਇੰਟਰਨੈਸ਼ਨਲ ਪੋਲੀਟਿਕਸ ਦੇ ਵਿੱਚ ਉਹ ਹੈਗਾ, ਉਹਨਾਂ ਨੇ ਕੀਤਾ ਸਾਂਝੀ ਯਾਦ, ਕਲੈਕਟਿਵ ਮੈਮਰੀ। ਸੋ ਜਿਹੜਾ ਪਰਪੀਟੇਟਰ ਹੈ ਜਿਹਨੇ ਹਮਲਾ ਕੀਤਾ ਹੈ ਉਹਦਾ ਇਹ ਐਫਰਟ ਹੁੰਦਾ ਹੈ ਕਿ
ਕਿ ਜਿਹਦੇ ਉੱਤੇ ਹਮਲਾ ਹੋਇਆ ਉਹਨਾਂ ਲੋਕਾਂ ਦੀ ਯਾਦ ਦੇ ਵਿੱਚੋਂ ਉਹਦਾ ਜਿਹੜਾ ਮੀਨਿੰਗ ਹੈ ਉਹਨੂੰ ਬਦਲ ਦਿੱਤਾ ਜਾਵੇ, ਉਹਨੂੰ ਬਦਲਿਆ ਜਾਵੇ। ਸੋ ਜਦੋਂ 1984 ਵਾਪਰਦਾ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਐਫਰਟ ਹੈ ਹਮਲੇ ਦਾ, ਹਮਲਾਵਰ ਧਿਰ ਦਾ, ਉਹ ਸ਼ੁਰੂ ਹੋ ਜਾਂਦਾ ਹੈ, ਨਾਲ ਦੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਤੇ ਕਿਉਂਕਿ ਉਹਨਾਂ ਨੇ ਪਹਿਲਾਂ ਤੋਂ ਹੀ ਇਹ ਪਲਾਨਿੰਗ ਸੀ ਉਹਨਾਂ ਦੀ ਕਿ ਇਹਨੂੰ ਕਿਸ ਤਰ੍ਹਾਂ, ਇਹਦੀ ਵਿਆਖਿਆ, ਮਤਲਬ ਇਹ ਜਿਹੜਾ ਪੀਰੀਅਡ ਹੈ ਇਹਨੂੰ ਮੀਨਿੰਗ ਸਟਰਗਲ ਕਿਹਾ ਜਾਂਦਾ ਹੈ ਆਮ ਤੌਰ 'ਤੇ, ਕਿ ਵਿਆਖਿਆ ਦੀ ਜੰਗ ਸ਼ੁਰੂ ਹੋ ਜਾਂਦੀ ਹੈ। ਸੋ ਜਿਹੜੀ ਇੰਡੀਅਨ ਸਟੇਟ ਸੀ ਉਹਨੇ ਲਗਾਤਾਰ ਇਹ ਵਿਆਖਿਆ ਦੀ ਜੰਗ ਦੇ ਵਿੱਚ ਆਪਣੇ ਇਹ ਜਿਹੜੀ ਵਿਆਖਿਆ ਦੀ ਜੰਗ ਹੈ ਇਹਦੇ ਵਿੱਚ ਆਮ ਤੌਰ 'ਤੇ ਮਾਸ ਮੀਡੀਆ, ਲਿਟਰੇਚਰ, ਟੈਕਸਟ, ਈਵਨ ਵਿਜ਼ੂਅਲ ਆਰਟਸ, ਜੋ ਫਿਲਮਾਂ ਨੇ, ਡਾਕੂਮੈਂਟਰੀਜ਼ ਨੇ, ਇਹ ਯੂਜ਼ ਕੀਤੀਆਂ ਜਾਂਦੀਆਂ ਨੇ। ਔਰ ਇਹ ਜਿਹੜੀ ਜੰਗ ਹੈ ਇਹ ਹਿਊਮਨ ਮਾਈਂਡ ਦੇ ਪੱਧਰ 'ਤੇ ਲੜੀ ਜਾਂਦੀ ਹੈ, ਕਿਉਂਕਿ ਹਿਊਮਨ ਮਾਈਂਡ ਨੂੰ ਹੀ ਚੇਂਜ ਕਰਨਾ ਹੁੰਦਾ ਹੈ। ਸੋ ਇਹ ਜਿਹੜੀ ਕਿਤਾਬ ਹੈ, ਕਿਉਂਕਿ ਉਹਨਾਂ ਵੱਲੋਂ ਤਾਂ ਇਹ ਬਹੁਤ ਵੱਡੇ ਪੱਧਰ 'ਤੇ ਆਪਾਂ ਦੇਖਿਆ ਕਿੰਨੀਆਂ ਬੁੱਕਸ ਆਈਆਂ ਨੇ, ਕਿੰਨੀਆਂ ਫਿਲਮਾਂ ਆਈਆਂ ਨੇ, ਕਿੰਨੀਆਂ ਡਾਕੂਮੈਂਟਰੀਜ਼ ਆਈਆਂ ਨੇ, ਲੇਕਿਨ ਜਿਹੜਾ ਸਿੱਖ ਪੱਖ ਹੈ ਉਹਦੀ ਜਿਹੜੀ ਹੁਣ ਜਦੋਂ ਇਸ ਲੈਵਲ 'ਤੇ ਜਿਹੜਾ ਇਹ ਮੀਨਿੰਗ ਸਟਰਗਲ ਹੈ, ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜਾ ਰੋਲ ਹੁੰਦਾ ਹੈ ਉਹ ਟੈਕਸਟ ਦਾ ਹੁੰਦਾ ਹੈ। ਟੈਕਸਟ ਦੋ ਤਰ੍ਹਾਂ ਦਾ ਹੁੰਦਾ ਹੈ ਇੱਥੇ, ਇੱਕ ਡਿਸਕੋਰਸ ਲੈਵਲ ਹੁੰਦਾ, ਇੱਕ ਲੈਵਲ 'ਤੇ ਹੁੰਦਾ, ਇੱਕ ਨੂੰ ਨੈਰੇਟਿਵ ਕਹਿੰਦੇ ਨੇ। ਜਿਹੜੀ ਤਾਕਤਵਰ ਧਿਰ ਹੈ ਉਹ ਡਿਸਕੋਰਸ ਕ੍ਰੀਏਟ ਕਰਦੀ ਹੈ, ਜਿਵੇਂ ਕਿਤਾਬਾਂ ਦੇ ਵਿੱਚ ਉਹ ਡਿਸਕੋਰਸ ਦਿੰਦੇ ਨੇ ਕਿ ਤੁਹਾਨੂੰ ਭੁੱਲ ਜਾਣਾ ਚਾਹੀਦਾ ਹੈ, ਇਹਦਾ ਤੁਸੀਂ ਇਹ ਗਲਤੀ ਕੀਤੀ। ਵਿਕਟਮ ਨੂੰ ਹੀ ਉਹਦੇ ਲਈ ਰਿਸਪੌਂਸੀਬਲ ਬਣਾਇਆ ਜਾਂਦਾ ਹੈ, ਜਿਵੇਂ ਅਸੀਂ ਬਹੁਤ ਸਾਰੇ ਹੋਰ ਬੁੱਕਸ ਦੇ ਵਿੱਚ ਦੇਖਿਆ ਹੈ, ਡਾਕੂਮੈਂਟਰੀਜ਼ ਦੇ ਵਿੱਚ ਵੀ ਦੇਖਿਆ ਹੈ। ਲੇਕਿਨ ਜਿਹੜੀ ਪੀੜਤ ਧਿਰ ਹੈ ਜਿਹਦੇ ਉੱਤੇ ਹਮਲਾ ਹੋਇਆ, ਉਹ ਕਈ ਵਾਰ ਤਾਂ ਮਤਲਬ ਦਹਾਕਿਆਂ ਬੱਧੀ ਉਹਨਾਂ ਦੀਆਂ, ਕਿਉਂਕਿ ਉਹਨਾਂ ਕੋਲ ਇੰਨੇ ਜ਼ਿਆਦਾ ਸਾਧਨ ਨਹੀਂ ਹੁੰਦੇ, ਅਤੇ ਮਤਲਬ ਦਹਾਕਿਆਂ ਬੱਧੀ ਇਹ ਪ੍ਰੋਸੈਸ ਚੱਲਦਾ ਰਹਿੰਦਾ ਮੀਨਿੰਗ ਸਟਰਗਲ ਦਾ। ਸੋ ਇਹ ਜਿਹੜੀ ਕਿਤਾਬ ਹੈ ਇਸ ਮੀਨਿੰਗ ਸਟਰਗਲ ਦੇ ਵਿੱਚ ਜਾਂ ਇੰਟਰਪ੍ਰੀਟੇਸ਼ਨ ਦੀ ਜਿਹੜੀ ਸਟਰਗਲ ਹੈ, ਜਾਂ ਨੈਰੇਟਿਵ ਸਿਰਜਣ ਦੀ ਜਿਹੜਾ ਪ੍ਰੋਸੈਸ ਹੈਗਾ, ਉਹਦੇ ਵਿੱਚ ਇਹ ਇੱਕ ਬੜੀ ਇੰਪੋਰਟੈਂਟ ਬੁੱਕ ਹੈਗੀ ਹੈ। ਸੋ ਇਹਨੂੰ ਇਸ ਲੈਵਲ 'ਤੇ ਸਮਝਿਆ ਵੀ ਜਾਣਾ ਚਾਹੀਦਾ ਹੈ। ਸੋ ਮੈਨੂੰ ਇਹ ਲੱਗਦਾ ਕਿ ਇਹ ਕਿਤਾਬ ਜਿਹੜੀ ਹੈ, ਜਾਂ ਹੋਰ ਜਿਹੜੀਆਂ ਕਿਤਾਬਾਂ ਆਉਣਗੀਆਂ, ਜਿਵੇਂ ਗੀਤ ਆ ਰਹੇ ਨੇ, ਸੋ ਇੱਕ ਇੰਟਲੈਕਚੁਅਲ ਜਨਰੇਸ਼ਨਸ ਕ੍ਰੀਏਟ ਕਰਨਗੇ, ਮੈਨੂੰ ਲੱਗ ਰਿਹਾ ਆਉਣ ਵਾਲੇ ਟਾਈਮਸ ਦੇ ਵਿੱਚ, ਕਿ ਸਿੱਖਾਂ ਦੀ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਜਿਹੜੀ ਇੰਟਲੈਕਚੁਅਲ ਪਾਰਟ ਹੈਗਾ ਉਹ ਡਿਵੈਲਪ ਹੋਏਗਾ, ਮਾਈਂਡ ਜਿਹੜਾ ਡਿਵੈਲਪ ਹੋਏਗਾ। ਸੋ ਇਸ ਲੈਵਲ ਦੇ ਉੱਪਰ ਇਹ ਬੁੱਕ ਬੜੀ ਇੰਪੋਰਟੈਂਟ ਹੈ, ਇਹਨੂੰ ਜ਼ਰੂਰ ਪੜ੍ਹਨਾ ਚਾਹੀਦਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜੋ ਆਪਣੇ ਦੋ ਪਿਛਲੇ ਬੁਲਾਰੇ ਬੋਲ ਕੇ ਗਏ ਨੇ ਕਿ ਬਹੁਤ ਸਾਰੀਆਂ ਕਹਾਣੀਆਂ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹੈਗੇ, ਜਾਂ ਜੋ ਵੀ ਕੁਛ ਆਪਾਂ ਸਿੱਧਾ ਜਿੱਦਾਂ ਜਨਰਲਾਈਜ਼ ਹੀ ਕਰ ਦਿੰਦੇ ਆ, ਅਤੇ ਉਹਨਾਂ ਨੂੰ ਕਿਤੇ ਹੋਰ ਥਾਂ 'ਤੇ ਜਿੱਦਾਂ ਕੈਟੇਗਰਾਈਜ਼ ਕੀਤੀ ਜਾਂਦੀ ਹੈ, ਤਾਂ ਉਹਦੇ ਕਰਕੇ ਆਪਾਂ ਜਦੋਂ ਡੂੰਘਾਈ 'ਚ ਜਾਈਏ, ਜਾਂ ਆਪਾਂ ਸਮਝੀਏ ਕਿ ਬਰੀਕੀਆਂ ਕੀ ਆ, ਡੀਟੇਲਸ ਕੀ ਆ, ਕੀ ਹੋ ਰਿਹਾ ਸਾਡੇ ਨਾਲ, ਕੀ ਵਾਪਰਿਆ, ਪਰ ਉਹਦੇ ਨਾਲ ਹੀ ਨਾਲ ਸਾਨੂੰ ਸਮਝਣੀ ਚਾਹੀਦੀ ਕਿ ਅੱਜ ਜੋ ਹੋ ਰਿਹਾ ਉਹਦੀ ਵੀ ਉਨੀਆਂ ਬਰੀਕੀਆਂ ਜਿਹਦੇ 'ਚ ਸਾਨੂੰ ਡੂੰਘਾ ਜਾਣਾ ਚਾਹੀਦਾ ਅਤੇ ਹੋਰ ਜਾਣਾ ਚਾਹੀਦਾ। ਇਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹ ਕੇ ਸਾਨੂੰ ਇਸ ਤਰ੍ਹਾਂ ਦਾ ਗਿਆਨ ਹਾਸਲ ਹੋਊਗਾ, ਅਤੇ ਆਲਸੋ ਆਪਾਂ ਹੋਰ ਤਰ੍ਹਾਂ ਦੀ ਵਿਚਾਰ ਵੀ ਕਰਨ ਯੋਗ ਹੋਵਾਂਗੇ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਾਂ ਇੱਥੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹਿੱਚਨ ਵਿੱਚ ਬੈਠੇ ਹਾਂ, ਲੇਕਿਨ ਆਪਣੇ ਪਾਸ ਹੁਣ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਲੈਚਸ ਦੇ ਵੀ ਮਹਿਮਾਨ ਆਏ ਨੇ, ਸਰਦਾਰ ਮੋਹਨ ਸਿੰਘ ਆਏ ਨੇ, ਸਰਦਾਰ ਗੁਰਮੁਖ ਸਿੰਘ ਆਏ ਨੇ, ਗੁਰੂ ਨਾਨਕ ਸਿੰਘ ਗੁਰਦੁਆਰੇ ਤੋਂ ਸਰਦਾਰ ਕੁਲਦੀਪ ਸਿੰਘ ਬੈਠੇ ਨੇ, ਸਰਦਾਰ ਸੁਰਿੰਦਰ ਸਿੰਘ ਬੈਠੇ ਨੇ, ਹੋਰ ਵੀ ਸਾਰੇ ਬੈਠੇ ਨੇ, ਸਰਦਾਰ ਮਹਿੰਦਰ ਸਿੰਘ ਬੈਠੇ ਨੇ। ਆਪਣੇ ਜਿੰਨੇ ਆਪਣੇ ਹੈਗੇ ਆ ਥਾਂ 'ਤੇ ਬਾਹਰਲੇ ਇਲਾਕਿਆਂ 'ਚ, ਇੰਗਲੈਂਡ ਹੋਏ, ਅਮਰੀਕਾ ਹੋਏ, ਕੈਨੇਡਾ ਹੋਏ, ਜਿੰਨੇ ਆਪਣੇ, ਹੁਣ ਤਾਂ ਮਾफ़ ਕਰਨਾ ਬਜ਼ੁਰਗੇ ਕਹਿਣਾ ਪਊਗਾ, ਪਰ ਮਤਲਬ ਆਪਣੇ ਜਿਹੜੇ ਸੀਨੀਅਰ ਨੇ, ਐਲਡਰ ਨੇ, ਅਤੇ ਜਿਨ੍ਹਾਂ ਨੇ ਕੁਝ ਵਾਪਰੀਆਂ ਚੀਜ਼ਾਂ ਵੇਖੀਆਂ ਆ, ਉਹਨਾਂ 'ਤੇ ਹੁਣ ਇਹ ਪੈਂਦੀ ਆ ਰੋਲ ਕਿ ਇਹ ਜਦੋਂ ਆਪਾਂ ਇਕੱਠੇ ਹੁੰਦੇ ਆ ਗੁਰਦੁਆਰਿਆਂ 'ਚ ਬੈਠੇ ਹੋਈ ਦਾ ਹਫ਼ਤਿਆਂ ਦੇ ਵਿੱਚ, ਜਾਂ ਤਾਂ ਆਪਾਂ ਬਾਹਰ ਕਿਤੇ ਪਾਰਕ ਬੈਂਚਾਂ 'ਤੇ ਬੈਠੀਏ, ਆਪਾਂ ਇਹਨਾਂ ਗੱਲਾਂ 'ਤੇ ਆਪਾਂ ਆਈਏ, ਆਪਾਂ ਇਹਨਾਂ 'ਤੇ ਵਿਚਾਰ ਕਰੀਏ, ਤਾਂ ਕਿ ਆਪਾਂ ਸੋਚੀਏ ਕਿ ਇਸ ਗੱਲਾਂ ਨੂੰ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਜਾ ਕੇ ਦੱਸੀਏ, ਆਪਾਂ ਆਪ ਸਮਝੀਏ ਕਿ ਕੀ ਹੋ ਰਿਹਾ, ਅਤੇ ਆਪਾਂ ਇਹਨੂੰ ਅਗਾਂਹ ਲੈ ਕੇ ਜਾਣ ਦੀ ਕਿਰਪਾਲਤਾ ਕਰੀਏ। ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ। ਜੇ ਆਪਾਂ ਅਗਾਂਹ ਨਹੀਂ ਕਦਮ ਚੁੱਕ ਕੇ ਤੁਰਦੇ ਤਾਂ ਫਿਰ ਇਹ ਗੱਲਾਂ ਹੀ ਰਹਿ ਜਾਂਦੀਆਂ। ਜਿਹੜੇ ਆਪਣੇ ਹੁਣ ਜੇ ਆਪਾਂ ਇੱਦਾਂ ਦੇ ਪ੍ਰੋਗਰਾਮ ਲਾਈਏ ਤਾਂ ਆਲੇ ਦੁਆਲੇ ਵੇਖੀਦਾ ਅਤੇ 40 ਸਾਲਾਂ ਦੀ ਉਮਰ ਤੋਂ ਘੱਟ, ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਆਉਂਦੇ ਨੇ। ਜਵਾਕ ਤਾਂ ਬਿਲਕੁਲ ਨਹੀਂ ਆਉਂਦੇ, ਕਰਕੇ ਉਹਨਾਂ ਨੂੰ ਬਹੁਤੀ ਸਮਝ ਹੀ ਨਹੀਂ ਲੱਗਦੀ ਹੁੰਦੀ। ਜੇ ਆਪਾਂ ਸੀਨੀਅਰ ਇਹਨਾਂ ਨੂੰ ਸਮਝਾਵਾਂਗੇ, ਇਹਨਾਂ ਨੂੰ ਗੱਲਾਂ ਦੱਸਾਂਗੇ,
ਫਿਰ ਇਹਨਾਂ ਨੂੰ ਸਮਝ ਆਊਗੀ, ਫਿਰ ਇਹ ਹਿੱਸਾ ਪਾਊਗੇ, ਫਿਰ ਇਹ ਪਹੁੰਚਿਆ ਕਰੂਗੇ, ਤਾਂ ਫਿਰ ਹੀ ਆਪਾਂ ਅਗਾਂਹ ਨੂੰ ਤੁਰ ਸਕਦੇ ਹਾਂ। ਇੱਕ ਬਹੁਤ ਵਧੀਆ ਬੇਸਿਕਲੀ ਸਰਦਾਰ ਅਵਤਾਰ ਸਿੰਘ ਨੇ ਜਿੰਨੀ ਕੀਤੀ ਕਹਾਣੀ ਪੂਰੀ ਕਿਹਾ, ਛੋਟੀਆਂ ਛੋਟੀਆਂ ਸਾਖੀਆਂ ਕਿਤਾਬ 'ਚੋਂ ਕੁਝ ਕੱਢ ਕੇ, ਉਹਨਾਂ ਵਿੱਚੋਂ ਤੁਹਾਨੂੰ ਸਮਝ ਆਉਂਦੀ ਆ ਕਿ ਜਿਹੜੇ ਖਾੜਕੂ ਲਹਿਰ ਦੇ ਸਿੰਘ ਸੀ ਉਹ ਕੋਈ ਐਵੇਂ ਬੰਦੇ ਨਹੀਂ ਸੀ ਜਿਨ੍ਹਾਂ ਨੇ ਬੰਦੂਕਾਂ ਚੱਕ ਕੇ ਘਰੋਂ ਤੁਰੇ ਸੀ। ਉਹਨਾਂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ, ਕਿੰਨੇ ਤਕੜੇ ਪੱਧਰ ਦੇ ਬੰਦੇ ਹੋਣਗੇ, ਕਿੱਦਣ ਦੀ ਉਹਨਾਂ ਦੀ ਸੋਚ ਸੀ, ਕਿੰਨੀ ਦੂਰ ਸੋਚ ਸੀ ਉਹਨਾਂ ਦੀ, ਕਿੱਦਣ ਦੀ ਦਿਸ਼ਾ ਸੀ। ਹੁਣ ਜਿਹੜੇ ਨੌਜਵਾਨ ਮੇਰੇ ਨਾਲ ਪੜ੍ਹ ਲਿਖਦੇ ਸੀ ਛੋਟੇ ਹੁੰਦੇ ਜਾਂ ਹੁਣ ਵੀ ਹੈਗੇ ਆ ਮੇਰੀ ਉਮਰ ਦੇ, ਉਹ ਬਹੁਤਿਆਂ ਨੇ ਸਿਰਫ ਨਾਅਰਿਆਂ ਨਾਲ ਹੀ ਕੰਮ ਛੱਡ ਦੇਣਾ ਅਤੇ ਉਹਨੇ ਇਹੀ ਸਮਝਿਆ ਕਿ ਹਾਂ ਸਿੰਘ ਇੱਦਾਂ ਹੁੰਦੇ ਸੀ, ਚੱਕ ਦਿੰਦੇ ਸੀ ਫੱਟੇ ਬਗੈਰ। ਬਾਣੀ ਤੋਂ ਬਿਨਾਂ ਕੱਖ ਨਹੀਂ ਹੁੰਦਾ ਹੈਗਾ। ਹਰ ਸਿੱਖ ਨੂੰ ਇਹ ਧਿਆਨ 'ਚ ਲਿਆਉਣਾ ਚਾਹੀਦਾ ਕਿ ਗੁਰਬਾਣੀ ਨਾਲ ਤੁਹਾਡਾ ਰਿਸ਼ਤਾ ਹੋਣਾ ਚਾਹੀਦਾ, ਗੁਰਬਾਣੀ ਨਾਲ ਹੀ ਜੁੜ ਕੇ ਆਉਂਦਾ। ਇਹੀ ਸੋਚ ਆਉਂਦੀ ਸੀ। ਅਤੇ ਜੋ ਸਰਦਾਰ ਜੀ ਬੋਲ ਕੇ ਗਏ ਨੇ ਅਤੇ ਜੋ ਆਪਣੇ ਡਾਕਟਰ ਸਾਹਿਬ ਕਹਿ ਕੇ ਗਏ ਨੇ ਕਿ ਇਹਦੇ ਵਿੱਚ ਸਕੋਲਰਲੀ ਵਰਕ ਹੁਣ ਬਹੁਤ ਹੋਏਗਾ ਅਤੇ ਇਹਦੇ ਤੋਂ ਐਡਵਾਂਸ ਵੀ ਬਹੁਤ ਹੋਏਗਾ। ਪੰਜਾਬੀ ਵਿੱਚ ਨਹੀਂ ਸਿਰਫ, ਲੇਕਿਨ ਅੰਗਰੇਜ਼ੀ ਵਿੱਚ ਵੀ ਆਪਾਂ ਕਰਾਂਗੇ। ਮੈਂ ਇੰਨੇ ਹੀ ਵਿਚਾਰ ਕਰਦਾ। ਆਪਣੇ ਤੀਜੇ ਬੁਲਾਰੇ ਨੂੰ ਹੁਣ ਆਖਾਂ ਕਿ ਆਉਣ। ਸਾਡੇ ਪਾਸ ਨੇ ਜਨਰਲ ਸੈਕਟਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਲੈਸਟਰ ਸਰਦਾਰ ਮੁਖਤਿਆਰ ਸਿੰਘ। ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਉਣ ਅਤੇ ਉਹ ਵੀ ਕੁਝ ਇਸ ਕਿਤਾਬ 'ਤੇ ਕਹਿਣ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਨੌਜਵਾਨੀ.com ਦਾ ਬਹੁਤ ਬਹੁਤ ਧੰਨਵਾਦ ਕਰਦਾ, ਜੋ ਇਹ ਨੌਜਵਾਨਾਂ ਨੇ ਇਹ ਕਾਫਲਾ ਬਣਾਇਆ ਅਤੇ ਤੋਰਿਆ ਹੋਇਆ ਹੈ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਅਤੇ ਇਸ ਦੀ ਸਾਡੀ ਕੌਮ ਨੂੰ ਇੱਕ ਬਹੁਤ ਵੱਡੀ ਜ਼ਰੂਰਤ ਵੀ ਹੈ। ਇਸ ਦੇ ਨਾਲ ਜਦੋਂ ਅਸੀਂ ਖਾੜਕੂ ਸੰਘਰਸ਼ ਦੀ ਸਾਖੀ ਕਿਤਾਬ ਦੀ ਗੱਲ ਕਰਦੇ ਹਾਂ, ਭਾਈ ਦਲਜੀਤ ਸਿੰਘ ਹੁਣਾਂ ਦੀ ਗੱਲ ਕਰਦੇ ਹਾਂ, ਇਹ ਕਿਤਾਬ ਇੱਕ ਨਿਰੰਤਰ ਸਿੱਖੀ ਦੀ ਵਹਿੰਦੀ ਹੋਈ ਧਾਰਾ, ਇੱਕ ਪਵਿੱਤਰ ਧਾਰਾ, ਜਿਸ ਦੇ ਵਿੱਚ ਭਾਈ ਦਲਜੀਤ ਸਿੰਘ ਜੀ ਹੁਣਾਂ ਨੇ ਸਾਡੇ ਦੁਸ਼ਮਣ ਦੇ ਵੱਲੋਂ ਜੋ ਸਾਡੇ ਖਿਲਾਫ ਇੱਕ ਵਿਚਾਰ ਜਾਂ ਉਹਨਾਂ ਨੇ ਇੱਕ ਸੋਚ ਸਾਡੇ ਵਿੱਚ ਪਾਉਣ ਦੀ, ਜਾਂ ਸਿੱਖਾਂ ਦੇ ਵਿੱਚ ਜਾਂ ਇੰਟਰਨੈਸ਼ਨਲ ਇੱਕ ਪਾਉਣ ਦੀ ਕੋਸ਼ਿਸ਼ ਕੀਤੀ, ਹਜੇ ਤੱਕ ਸਾਡਾ ਕੋਈ ਪੱਖ ਨਾ ਆ ਸਕਿਆ ਸੀ, ਇਸ ਦੀ ਇੱਕ ਸ਼ੁਰੂਆਤ ਕੀਤੀ ਹੈ। ਭਾਈ ਦਲਜੀਤ ਸਿੰਘ ਇੱਕ ਮਹਾਨ ਸ਼ਖਸੀਅਤ ਹਨ, ਜਿਨ੍ਹਾਂ ਨੇ ਕਿ ਸਿੱਖੀ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਸਿੱਖ ਸੰਘਰਸ਼ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਸਿੱਖੀ ਅਸੂਲਾਂ ਨੂੰ ਆਪਣਾ ਸਮਰਪਿਤ ਕੀਤਾ ਅਤੇ ਉਸੇ ਹੀ ਆਸ਼ੇ ਦੇ ਅਨੁਸਾਰ ਇਸ ਕਿਤਾਬ ਨੂੰ ਸਾਡੇ ਵਿੱਚ ਲੈ ਕੇ ਆਂਦਾ, ਲਿਖਿਆ ਕਿ ਅਸੀਂ ਸਿੱਖੀ ਅਸੂਲਾਂ ਨੂੰ ਜੋ ਗੁਰੂ ਸਾਹਿਬ ਜੀ ਦੇ ਵੱਲੋਂ ਸਾਨੂੰ ਸਿੱਖੀ ਦੇ ਅਨੁਸਾਰ ਜੀਵਨ ਜਿਉਣ, ਅਗਰ ਕਦੇ ਇਹੋ ਜਿਹੇ ਹਾਲਾਤ ਬਣ ਕੇ ਸਾਨੂੰ ਉਸ ਸੰਘਰਸ਼ ਦੇ ਵਿੱਚ ਜਾਣਾ ਪਵੇ, ਲੜਾਈ ਦੇ ਵਿੱਚ ਜਾਣਾ ਪਵੇ, ਲੇਕਿਨ ਫਿਰ ਵੀ ਅਸੀਂ ਕਦੇ ਵੀ ਆਪਣੇ ਸਿੱਖੀ ਅਸੂਲਾਂ ਨੂੰ, ਗੁਰੂ ਸਾਹਿਬ ਜੀ ਦੇ ਵੱਲੋਂ ਦਰਸਾਏ ਗਏ ਅਸੂਲਾਂ ਨੂੰ ਕਦੇ ਵੀ ਤਿਲਾਂਜਲੀ ਨਹੀਂ ਦਿੰਦੇ। ਇਹ ਇੱਕ ਨਿਰੰਤਰ ਚੱਲ ਰਿਹਾ ਸਾਡਾ ਇਤਿਹਾਸ ਹੈ। ਇਹ ਇੱਕ ਇਤਿਹਾਸਕ ਦਸਤਾਵੇਜ਼ ਹੈ, ਜਿਨ੍ਹਾਂ ਦੇ ਵਾਸਤੇ ਅਸੀਂ ਇਹ ਕਹਿ ਸਕਦੇ ਹਾਂ, ਸਾਡੇ ਸੰਘਰਸ਼ ਦੇ ਵਿੱਚ ਜਿਨ੍ਹਾਂ ਸੂਰਮਿਆਂ ਨੇ, ਜਿਨ੍ਹਾਂ ਦੀ ਕਹਾਣੀ ਸਾਡੇ ਸਾਹਮਣੇ ਕਦੇ ਨਹੀਂ ਆਈ, ਉਹਨਾਂ ਦੀ ਸਾਨੂੰ ਦੱਸ ਪਾਈ ਹੈ, ਉਹਨਾਂ ਦੇ ਜੀਵਨ ਦੇ ਉੱਤੇ ਸਾਡੀ ਇੱਕ ਝਾਤ ਪਵਾਈ ਹੈ। ਇੱਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਆਪਾਂ ਵੱਖ-ਵੱਖ ਗੁਰੂ ਘਰਾਂ ਦੇ ਸੇਵਾਦਾਰ ਇੱਥੇ ਇਕੱਤਰ ਹੋਏ ਹਾਂ। ਆਪਾਂ ਇਸ ਕਿਤਾਬ ਨੂੰ ਵੱਧ ਤੋਂ ਵੱਧ ਸੰਗਤ ਦੇ ਵਿੱਚ ਲਿਜਾਣ ਦੇ ਵਾਸਤੇ ਆਪਣੇ ਗੁਰੂ ਘਰਾਂ ਦੇ ਵੱਲੋਂ ਉਪਰਾਲੇ ਕਰੀਏ
ਸੰਗਤ ਨੂੰ ਇਸ ਕਿਤਾਬ ਨੂੰ ਪੜ੍ਹਨ ਦੇ ਵਾਸਤੇ ਪ੍ਰੇਰਿਤ ਕਰੀਏ, ਤਾਂ ਕਿ ਜਿਨ੍ਹਾਂ ਨੇ ਹਜੇ ਤੱਕ ਸਿਰਫ ਇੰਨਾ ਹੀ ਜਾਣਿਆ ਹੈ ਕਿ ਸੰਘਰਸ਼ ਜਾਂ ਕੁਝ ਇੱਕ ਨਾਅਰਿਆਂ ਦਾ ਹੀ ਇਹ ਸੰਘਰਸ਼ ਨਹੀਂ ਹੈ, ਇਹ ਇੱਕ ਸਿੱਖੀ ਵਿਚਾਰਧਾਰਾ ਦੀ ਜੰਗ ਹੈ ਜੋ ਸਾਨੂੰ ਵੰਗਾਰ ਪਾਈ ਸੀ। ਅਸੀਂ ਉਹ ਵੰਗਾਰ ਨੂੰ ਕਬੂਲ ਵੀ ਕੀਤਾ, ਲੇਕਿਨ ਅਸੀਂ ਆਪਣੇ ਸਿੱਖੀ ਅਸੂਲ ਨਹੀਂ ਛੱਡੇ। ਅਸੀਂ ਹਜੇ ਤੱਕ ਇਸ ਜੰਗ ਦੇ ਵਿੱਚ ਸ਼ਾਮਲ ਹਾਂ। ਜੰਗਾਂ ਦੇ ਰੂਪ ਬਦਲਦੇ ਹਨ, ਜੰਗਾਂ ਦੇ ਲੜਨ ਦੇ ਤਰੀਕੇ ਬਦਲਦੇ ਹਨ। ਅਸੀਂ ਹੁਣ ਅਗਲੇ ਪੜਾਅ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ। ਇਸ ਪੜਾਅ ਦੇ ਸਾਰਿਆਂ ਨੂੰ ਹੀ ਆਪਣਾ ਇੱਕ ਕਾਫਲਾ ਬਣਾਉਣ ਦੇ ਵਾਸਤੇ ਗੁਰੂ ਘਰਾਂ ਦਾ ਇੱਕ ਵੱਡਾ ਯੋਗਦਾਨ ਹੋ ਸਕਦਾ ਹੈ। ਅਸੀਂ ਸਾਰੇ ਹੀ ਕੋਸ਼ਿਸ਼ ਕਰੀਏ ਕਿ ਜੋ ਇਹ ਸਾਖੀ ਭਾਈ ਦਲਜੀਤ ਸਿੰਘ ਜੀ ਹੋਣਾ ਨੇ ਸਾਡੇ ਵਿੱਚ ਲੈ ਕੇ ਆਂਦੀ ਹੈ, ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਉਸ ਦੇ ਅੱਗੇ ਲੈ ਕੇ ਜਾਈਏ। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਬਾਰੇ ਜਾਂ ਇਹਨਾਂ ਦੇ ਹੋਰ ਵਿਚਾਰ ਖਿਆਲ ਤੁਸੀਂ ਸੁਣਨਾ ਚਾਹੁੰਦੇ ਆ, ਇੰਟਰਨੈਟ ਤੇ ਤੁਸੀਂ YouTube ਤੇ ਇੱਕ ਜਿੰਦ ਬਡਾਲੀ ਦਾ YouTube ਚੈਨਲ ਤੇ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣ ਸਕਦੇ ਹੋ ਵੀਡੀਓ ਰੂਪ ਵਿੱਚ। ਤੇ ਆਲਸੋ ਜੇ ਤੁਸੀਂ ਇੰਟਰਨੈਟ ਤੇ ਹੋਰ ਇਹਨਾਂ ਦੇ ਲੇਖ ਜਾਂ ਇਹਨਾਂ ਦੀ ਇੰਟਰਵਿਊਜ਼ ਵਗੈਰਾ ਸੁਣਨਾ ਚਾਹੁੰਦੇ ਆ, ਦੋ ਵੈਬਸਾਈਟ ਨੇ, siksiast.net ਜਿਹੜਾ ਬੜੀ ਦੇਰ ਦਾ ਚੱਲਦਾ ਨਿਊਜ਼ ਵੈਬਸਾਈਟ, ਹੁਣ ਕੁਝ ਥੋੜ੍ਹੇ ਚਿਰਾਂ ਦਾ ਪੰਜਾਬ ਕਿਸਾਨ ਮਸਲੇ ਤੋਂ ਬਾਅਦ ਦਾ ਉਹਨਾਂ ਦਾ ਥੋੜ੍ਹਾ ਕੁ ਡਾਊਨ ਕੰਮ ਹੋਇਆ ਆ, ਮਤਲਬ ਬਹੁਤਾ ਪਬਲਿਸ਼ ਨਹੀਂ ਹੁੰਦਾ। ਇਸੇ ਤਰ੍ਹਾਂ ਇੱਕ ਹੋਰ ਇਹਨਾਂ ਵੈਬਸਾਈਟ ਜਿੱਥੇ ਹੁਣ ਜ਼ਿਆਦਾ ਚੜ੍ਹਦੀ ਕਲਾ 'ਚ ਕੰਮ ਚੱਲ ਰਿਹਾ, sikhpakh.com, SIKHPAKH.com, ਉਹਦੇ 'ਤੇ ਬੜੀ ਇੰਟਰਵਿਊ ਮਿਲਦੀਆਂ ਅਤੇ ਲੇਖ ਖਿਆਲ ਬਹੁਤ ਮਿਲਦੇ ਨੇ। ਬਾਕੀ ਆਪਣਾ ਤਾਂ ਮੈਂ ਬਥੇਰੀ ਕਰ ਦਿੱਤੀ ਹੈ ਨੌਜਵਾਨੀ.com ਦਾ। ਤੁਹਾਡਾ ਸਾਰਿਆਂ ਦੇ ਆਇਆਂ ਦਾ ਬਹੁਤ ਬਹੁਤ ਧੰਨਵਾਦ। ਫੂਡ ਪਿੱਛੇ ਵੀ ਹੈਗਾ, ਲੰਗਰ ਹਾਲ 'ਚ ਜਾਓ ਤਾਂ ਲੰਗਰ ਵੀ ਤਿਆਰ ਹੈ, ਇਸ ਲੰਗਰ ਜ਼ਰੂਰ ਸਾਰਿਆਂ ਨੇ ਛਕ ਕੇ ਜਾਣਾ। ਇੱਥੇ ਰਹਿਰਾਸ ਸਾਹਿਬ ਦੇ ਪਾਠ 6:30 ਵਜੇ ਤੋਂ ਸ਼ੁਰੂ ਹੋ ਜਾਂਦੇ ਆ, ਤਕਰੀਬਨ 6:15 ਤੋਂ। ਸੋ ਜਿਨ੍ਹਾਂ ਨੇ ਇੱਥੇ ਰਾਤ ਦੇ ਸੋਦਰਬਾਣੀ ਦੀ ਸੁਣ ਕੇ ਜਾਣਾ ਚਾਹੁੰਦੇ ਆ, ਉਹ ਵੀ ਜ਼ਰੂਰ 6:30 ਵਜੇ ਤੱਕ ਇਹ ਸਿਰਫ ਉਡੀਕਣ ਦੀ ਲੋੜ। ਹੁਣ ਲੰਗਰ ਛਕੋ ਅਤੇ ਅਖੀਰ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਛੋਟੇ ਨੋਟਿਸ 'ਤੇ ਇੱਥੇ ਪਹੁੰਚਣਾ। ਸਾਰਿਆਂ ਨੂੰ ਜੀ ਆਇਆਂ ਨੂੰ। ਫੇਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।